ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 236 ਤੇ ਵਿਚਾਲੇ ਜੇ ਕਰਕੇ ਹੈ 6 ਨੰਬਰ। 6 ਨੰਬਰ ਤੋਂ ਬਾਅਦ ਆਪਾਂ ਪੜ੍ਹਨਾ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਜਾਸ ਜਪਤ ਮੁਸ਼ਕਲ ਕਛੂ ਨ ਬਣੇ, ਜਾਸ ਜਪਤ ਸੁਣ ਅਨਹਤ ਧੁਣੇ, ਜਾਸ ਜਪਤ ਇਹ ਨਿਰਮਲ ਸੋਏ, ਜਾਸ ਜਪਤ ਕਮਲ ਸੀਧਾ ਹੋਏ। ਜਾਸ ਜਿਸ ਦਾ, ਜਿਸ ਨੂੰ ਜਪ ਕੇ, ਪਾ ਪਰਮਾਤਮਾ ਦਾ ਸਿਮਰਨ ਕਰਕੇ, ਪਰਮਾਤਮਾ ਦਾ ਸਿਮਰਨ ਕਰਕੇ ਮੁਸ਼ਕਿਲ ਕਛੂ ਨਾ ਬਣੇ। ਕੋਈ ਮੁਸ਼ਕਿਲ ਨਹੀਂ ਜ਼ਿੰਦਗੀ 'ਚ ਆਉਂਦੀ, ਨਹੀਂ ਤਾਂ ਮਨੁੱਖ ਦੇ ਜਿਵੇਂ ਮੁਸ਼ਕਿਲਾਂ ਹੀ ਮੁਸ਼ਕਿਲਾਂ ਨੇ, ਕੋਈ ਨਾ ਕੋਈ ਮੁਸੀਬਤ ਖੜੀ ਹੀ ਰਹਿੰਦੀ ਜ਼ਿੰਦਗੀ 'ਚ। ਕਹਿੰਦੇ ਪਰਮਾਤਮਾ ਦੇ ਸਿਮਰਨ ਨਾਲ ਕੋਈ ਮੁਸ਼ਕਿਲ ਨਹੀਂ ਆਉਂਦੀ, ਕੋਈ ਬਿਪਤਾ ਨਹੀਂ ਆਉਂਦੀ। ਜਾਸ ਜਪਤ ਸੁਣ ਅਨਹਤ ਧੁਨੇ। ਅਨਹਤ ਧੁਨ ਹੁੰਦੀ ਹੈ ਰੱਬੀ ਸੰਗੀਤ। ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨੁੱਖ ਨੂੰ ਰੱਬੀ ਸੰਗੀਤ ਅੰਦਰੋਂ ਸੁਣਨਾ ਸ਼ੁਰੂ ਹੋ ਜਾਂਦਾ ਹੈ। ਅੰਦਰ ਰੱਬੀ ਸੰਗੀਤ ਤੇ ਹੋ ਹੀ ਰਿਹਾ ਹੈ। ਸਾਨੂੰ ਇਸ ਲਈ ਨਹੀਂ ਸੁਣਦਾ ਕਿ ਮਨ ਸਾਡਾ ਸ਼ਾਂਤ ਨਹੀਂ ਹੁੰਦਾ, ਮਨ ਭਟਕਦਾ ਰਹਿੰਦਾ ਹੈ। ਇੱਕ ਥਾਂ 'ਤੇ ਟਿਕੇ ਤੇ ਤਾਂ ਰੱਬੀ ਆਵਾਜ਼ ਸੁਣੇ। ਇਹ ਟਿਕਦਾ ਨਹੀਂ, ਇਸ ਲਈ ਇਹਨੂੰ ਰੱਬੀ ਆਵਾਜ਼ ਸੁਣਦੀ ਨਹੀਂ। ਜਦੋਂ ਇਹ ਸਿਮਰਨ ਕਰਦਾ ਰਹਿੰਦਾ ਫਿਰ ਇੱਕ ਦਿਨ ਮਨ ਟਿਕ ਜਾਂਦਾ ਹੈ। ਜਦੋਂ ਫਿਰ ਮਨ ਟਿਕਦਾ ਇਹਨੂੰ ਅੰਦਰੋਂ ਰੱਬੀ ਸੰਗੀਤ ਸੁਣਨਾ ਸ਼ੁਰੂ ਹੁੰਦੇ ਨੇ। ਕਹਿੰਦੇ ਅਨਹਤ ਨਾ ਧੁਨ ਜਾਂ ਅਨਹਤ ਨਾਦ। ਜਾਸ ਜਪਤ ਇਹ ਨਿਰਮਲ ਸੋਏ। ਨਿਰਮਲ ਸੋਏ ਹੁੰਦੀ ਸ਼ੋਭਾ ਵਡਿਆਈ। ਪਰਮਾਤਮਾ ਦਾ ਸਿਮਰਨ ਕਰਕੇ ਮਨੁੱਖ ਨੂੰ ਵਡਿਆਈ ਮਿਲਦੀ ਹੈ, ਉਹਦੀ ਸ਼ੋਭਾ ਸੰਸਾਰ 'ਚ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਂ ਕਈ ਵਾਰੀ ਸੋਚਦਾ ਵੀ ਹਰ ਬੰਦਾ ਆਪਣੀ ਵਡਿਆਈ ਚਾਹੁੰਦਾ ਹੈ। ਹਰ ਬੰਦੇ ਦੀ ਇੱਛਾ ਹੈ ਵੀ ਕੋਈ ਨਾ ਕੋਈ ਉਹਦੀ ਵਡਿਆਈ ਕਰੇ। ਅਤੇ ਗੁਰੂ ਮਹਾਰਾਜ ਤੂੰ ਨਾਮ ਜਪੀ ਜਾ, ਇੱਕ ਨਹੀਂ ਹਜ਼ਾਰਾਂ ਲੋਕ ਤੇਰੀ ਵਡਿਆਈ ਕਰਨਗੇ। ਇਸ ਲਈ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਉਹਦੀ ਸ਼ੋਭਾ ਹੋਣੀ ਸ਼ੁਰੂ ਹੋ ਜਾਂਦੀ, ਉਹਦੀ ਵਡਿਆਈ ਹੋਣ ਲੱਗ ਜਾਂਦੀ। ਜਾਸ ਜਪਤ ਕਮਲ ਸੀਧਾ ਹੋਏ। ਇੱਥੇ ਕਮਲ ਤੋਂ ਭਾਵ ਹੈ ਮਨ। ਹੁਣ ਮਨ ਲੱਗਾ ਪੁੱਠੇ ਪਾਸੇ ਨੂੰ, ਮਾੜਾ ਸੋਚਦਾ ਹੈ, ਮਾੜੇ ਕਰਮ ਕਰਦਾ ਹੈ। ਫਿਰ ਸਿਮਰਨ ਕਰਨ ਨਾਲ ਮਨ ਸਿੱਧਾ ਹੋ ਜਾਂਦਾ ਹੈ, ਇਹ ਸਿੱਧੇ ਪਾਸੇ ਤੁਰ ਪੈਂਦਾ ਹੈ। ਹੁਣ ਕਿਸੇ ਬੰਦੇ ਨੇ ਸੁਖੀ ਰਹਿਣਾ, ਉਹਦੇ ਕੋਲ ਦੋ ਗੱਲਾਂ ਹੋਣੀਆਂ ਚਾਹੀਦੀਆਂ। ਇੱਕ ਤਾਂ ਉਹਦੇ ਕਰਮ ਸ਼ੁਭ ਹੋਣ, ਦੂਜਾ ਉਹਦੇ ਕੋਲ ਮਾਇਆ ਹੋਵੇ। ਫਿਰ ਉਹ ਆਨੰਦ ਹੀ ਆਨੰਦ ਹੈ ਜ਼ਿੰਦਗੀ 'ਚ। ਕਈ ਵਾਰੀ ਮਾਇਆ ਹੁੰਦੀ ਹੈ ਪਰ ਮਨੁੱਖ ਦੇ ਕਰਮ ਠੀਕ ਨਹੀਂ ਹੁੰਦੇ, ਇਸ ਲਈ ਉਹਨੂੰ ਜੇਲ੍ਹ ਹੋ ਸਕਦੀ ਹੈ, ਹੋਰ ਮੁਸੀਬਤਾਂ ਖੜੀਆਂ ਹੋ ਸਕਦੀਆਂ ਹਨ। ਕਰਮ ਵੀ ਸਹੀ ਹੋਣ ਅਤੇ ਕੋਲ ਮਾਇਆ ਵੀ ਹੋਵੇ, ਬਸ ਮੈਂ ਦੇਖਿਆ ਜ਼ਿੰਦਗੀ 'ਚ ਆਨੰਦ ਹੀ ਆਨੰਦ ਹੈ। ਮੈਂ 20 ਸਾਲ ਦਾ ਸੀ ਜਦੋਂ ਨੌਕਰੀ 'ਤੇ ਲੱਗ ਗਿਆ। ਨੌਕਰੀ 'ਤੇ ਲੱਗ ਗਿਆ, ਮਾਇਆ ਦੀ ਤਾਂ ਕੋਈ ਕਮੀ ਨਾ ਰਹੀ। ਮੇਰੀ ਸ਼ੁਰੂ ਤੋਂ ਹੀ ਆਦਤ ਸੀ, ਜਦੋਂ ਮੈਨੂੰ ਤਨਖਾਹ ਮਿਲਦੀ ਸਾਰੀ ਮੈਂ ਜੇਬ 'ਚ ਹੀ ਰੱਖਦਾ ਸੀ, ਜਿੰਨੀ ਵੀ ਮਿਲਦੀ ਸੀ। ਜਦੋਂ ਹਜ਼ਾਰਾਂ 'ਚ ਮਿਲਣ ਲੱਗ ਪਈ ਫਿਰ ਮੈਂ ਆਪਣੇ ਕੋਲ ਪਰਸ ਰੱਖਦਾ ਸੀ, ਖਰਚ ਕਰਦਾ ਰਹਿੰਦਾ ਸੀ। ਜਦੋਂ ਅਗਲੀ ਤਨਖਾਹ ਮਿਲਦੀ ਸੀ, ਜਿਹੜੇ ਪਹਿਲੀ 'ਚੋਂ ਬਚ ਗਈ ਉਹ ਮੈਂ ਜਮ੍ਹਾਂ ਕਰਾਉਂਦਾ ਸੀ, ਫਿਰ ਅਗਲੀ ਜੇਬ 'ਚ ਪਾ ਲੈਂਦਾ ਸੀ। ਸਾਰੀ ਦੀ ਸਾਰੀ ਤਨਖਾਹ ਮੇਰੀ ਜੇਬ 'ਚ ਹੁੰਦੀ ਸੀ, ਮੈਂ ਕੋਈ ਘਰ ਨਹੀਂ ਸੀ ਰੱਖਦਾ ਹੈਗਾ। ਇੱਕ ਵਾਰੀ ਘਨੌਰੋਂ ਆ ਰਹੇ, ਛਾਪਾ ਪੈ ਗਿਆ, ਬੱਸ ਪ੍ਰਾਈਵੇਟ ਬੱਸ ਸੀ। ਉਹ ਹੁੰਦੇ ਨਹੀਂ ਹੁਣ ਇਹਨਾਂ ਕੋਲ ਕਾਗਜ਼ ਪੱਤਰ, 100 ਗੱਲਾਂ ਹੋਣੀਆਂ ਹੈ। ਉਹ ਕਹਿੰਦੇ ਵੀ 800 ਰੁਪਈਆ ਹੁਣੇ ਭਰੋ, ਨਹੀਂ ਤਾਂ ਬੱਸ ਥਾਣੇ ਲੈ ਕੇ ਜਾਣੀ ਹੈ। ਉਹ ਕਹਿੰਦਾ, ਕੰਡਕਟਰ ਕਹਿੰਦਾ ਵੀ ਮੇਰੇ ਕੋਲ ਤਾਂ 400 ਰੁਪਏ। ਕਹਿੰਦਾ ਸਾਨੂੰ ਨਹੀਂ ਪਤਾ, ਜਾਂ ਤਾਂ ਹੁਣੇ ਜੁਰਮਾਨਾ ਭਰ ਅਤੇ ਜਾਂ ਫਿਰ ਤੇਰੀ ਬੱਸ ਸਵਾਰੀਆਂ ਸਮੇਤ ਅਸੀਂ ਥਾਣੇ ਲੈ ਕੇ ਚੱਲੇ।
ਉਹਨੇ ਕਹਿਣਾ ਸ਼ੁਰੂ ਕੀਤਾ, ਭਾਈ ਕਿਸੇ ਤੋਂ 10 ਮੰਗ, ਕਿਸੇ ਤੋਂ 20 ਮੰਗ। ਇੱਕੋ ਟੀਚਰ ਉਹਨੂੰ ਕਹਿੰਦਾ, ਤੈਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ, ਉਹ ਸਾਡੇ ਮਾਸਟਰ ਜੈਮਲ ਸਿੰਘ ਬੈਠੇ ਨੇ, ਤੂੰ ਉਹਨਾਂ ਕੋਲ ਚਲੇ ਜਾ, ਉਹਨਾਂ ਕੋਲ ਹਮੇਸ਼ਾ ਪੈਸੇ ਹੁੰਦੇ ਨੇ। ਉਹ ਮੈਨੂੰ ਕਹਿੰਦਾ, ਸਰ ਜੀ ਵੀ 400 ਰੁਪਇਆ ਚਾਹੀਦਾ, ਮੈਂ ਜਿੰਨੀ ਮਰਜ਼ੀ ਲੈ ਲਾ। ਮੈਂ 400 ਰੁਪਇਆ ਉਹਨੂੰ ਦਿੱਤਾ, ਤਾਂ ਉਹਦੀ ਬੱਸ ਵਾਲੇ ਦਾ ਖੜਾ ਛੁੱਟਿਆ ਅਤੇ ਅਸੀਂ ਆਪਣੇ ਬੱਸ ਸਟੈਂਡ 'ਤੇ ਲੱਗੇ। ਕਹਿਣ ਦਾ ਭਾਵ ਹੈ, ਜੇ ਕੋਲ ਮਾਇਆ ਹੋਵੇ ਬੰਦਾ ਵੈਸੇ ਹੀ ਚੜ੍ਹਦੀਆਂ ਕਲਾ 'ਚ ਰਹਿੰਦਾ, ਅਤੇ ਜੇ ਨਾਲ ਉਹ ਸ਼ੁਭ ਕਰਮ ਕਰੇ ਤਾਂ ਕੋਈ ਚਿੰਤਾ ਹੀ ਨਹੀਂ ਹੁੰਦੀ ਮੈਨੂੰ। ਹਾਂਜੀ, ਇਸ ਲਈ ਮੈਂ 79 ਸਾਲ ਉਮਰ ਭੋਗ ਕੇ ਤੱਤ ਕੱਢਿਆ ਹੋਇਆ ਕਿ ਜਿਹੜਾ ਸਹੀ ਕਰਮ ਕਰਦਾ ਹੈ, ਜਿਹਦੇ ਕੋਲ ਮਾਇਆ ਹੈ, ਉਹ ਤਾਂ ਇੱਥੇ ਸਵਰਗ 'ਚ ਰਹਿ ਰਿਹਾ ਹੈ। ਅਗਲੇ ਦੀ ਤਾਂ ਗੱਲ ਹੀ ਛੱਡੋ, ਉਹ ਇੱਥੇ ਸਵਰਗ 'ਚ ਰਹਿ ਰਿਹਾ ਹੈ। ਅਤੇ ਫਿਰ ਜੇ ਸਿਮਰਨ ਕਰਾਂਗੇ ਫਿਰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਪਰਮਾਤਮਾ ਰਹਿਣ ਦਿੰਦਾ। ਦੇਖੋ ਸਿਮਰਨ ਦੀ ਕੱਲ੍ਹ ਤੇ ਪਰਸੋਂ ਵਿਚਾਰਾਂ ਹੋ ਰਹੀਆਂ ਹਨ। ਜਾਸ ਜਬਦ ਕਮਲ ਸਿੱਧਾ ਹੋਏ, ਪਰਮਾਤਮਾ ਦਾ ਸਿਮਰਨ ਕਰਕੇ ਮਨ ਰੂਪੀ ਕਮਲ ਸਿੱਧਾ ਹੋ ਜਾਂਦਾ ਹੈ। ਪਹਿਲਾਂ ਮਨ ਪੁੱਠੇ ਪਾਸੇ ਲੱਗਾ ਹੋਇਆ, ਪੁੱਠੇ ਕੰਮ ਕਰਨ ਦਾ ਬੰਦੇ ਤੋਂ। ਫਿਰ ਜਦੋਂ ਸਿਮਰਨ ਕਰਦਾ ਹੈ, ਇਹਨੂੰ ਸੋਝੀ ਆ ਜਾਂਦੀ ਹੈ, ਕਿਉਂਕਿ ਸਿਮਰਨ ਨੇ ਸਾਡੀ ਸੋਚ ਨੂੰ ਉੱਚੀਆਂ ਕਰਨਾ। ਸਮੱਸਿਆ ਹੈ ਕਿ ਮਨੁੱਖ ਦੀ ਸੋਚ ਬਹੁਤ ਨੀਵੀਂ ਚਲੀ ਗਈ ਹੈ। ਉਹ ਆਪ ਵੀ ਵਕਤ ਨੂੰ ਫੜਿਆ ਰਹਿੰਦਾ ਹੈ, ਅਤੇ ਜਿਹੜਾ ਆਪ ਵਕਤ ਨੂੰ ਫੜਿਆ, ਮੈਂ ਦੇਖਿਆ ਸਮਾਜ ਲਈ ਵੀ ਵਕਤ ਪੈਦਾ ਕਰਦਾ ਹੈ। ਸੋਚ ਨੀਵੀਂ ਹੋ ਗਈ ਹੈ। ਹੁਣ ਉਸ ਸੋਚ ਨੂੰ ਉੱਚੀਆਂ ਕਰਨਾ ਹੈ। ਬਾਣੀ ਪੜ੍ਹੋ, ਸਿਮਰਨ ਕਰੋ, ਹੌਲੀ ਹੌਲੀ ਸੋਚ ਉੱਚੀ ਹੁੰਦੀ ਜਾਏਗੀ। ਜੋ ਸੋਚ ਉੱਚੀ ਹੋਏਗੀ, ਅੰਦਰ ਵਿਵੇਕ ਬੁੱਧ ਪੈਦਾ ਹੋ ਜਾਏਗੀ। ਜਦੋਂ ਵਿਵੇਕ ਬੁੱਧ ਪੈਦਾ ਹੋਏਗੀ, ਕੀ ਠੀਕ ਹੈ ਅਤੇ ਕੀ ਗਲਤ ਹੈ, ਇਹ ਸਾਨੂੰ ਪਤਾ ਲੱਗੇਗਾ। ਕਈ ਵਾਰੀ ਗਿਆਨ ਹੋ ਜਾਂਦਾ ਹੈ, ਪਰ ਇਸ ਦੇ ਬਾਵਜੂਦ ਹੀ ਬੰਦਾ ਮਾੜੇ ਕੰਮ ਕਰਦਾ ਰਹਿੰਦਾ ਹੈ, ਕਿਉਂ ਜੇ ਸੋਚ ਨੀਵੀਂ ਹੈ। ਗਿਆਨ ਤਾਂ ਹੋ ਗਿਆ ਹੈ। ਸਿਮਰਨ ਕਰਦਿਆਂ ਕਰਦਿਆਂ ਸੋਚ ਉੱਚੀ ਹੋ ਜਾਂਦੀ ਹੈ, ਫਿਰ ਮਨੁੱਖ ਮਾੜੇ ਕੰਮ ਕਰਨੋਂ ਹੀ ਬੰਦ ਕਰ ਦਿੰਦਾ। ਉਹਦਾ ਮਨ ਸਿੱਧੇ ਪਾਸੇ ਨੂੰ ਤੁਰ ਪੈਂਦਾ ਹੈ, ਜਿਹੜਾ ਪੁੱਠੇ ਪਾਸੇ ਨੂੰ ਪਹਿਲਾਂ ਤੁਰਿਆ ਹੋਇਆ ਸੀ। ਗੁਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ, ਜਿਸ ਕੈ ਹਿਰਦੈ ਮੰਤਰ ਦੇ ਹਰੀ। ਜਿਸ ਦੇ ਹਿਰਦੇ 'ਚ ਗੁਰੂ ਹਰੀ ਦਾ ਮੰਤਰ ਦਿੰਦਾ ਹੈ, ਭਾਵ ਜਿਹਨੂੰ ਗੁਰਮੰਤਰ ਮਿਲ ਜਾਂਦਾ ਹੈ। ਗੁਰੂ ਰਾਹੀਂ, ਗੁਰ ਰਾਇਣ ਸਿਆਰੀ ਹੈ, ਗੁਰੂ ਰਾਹੀਂ ਪਰਮਾਤਮਾ ਉਹਨਾਂ 'ਤੇ ਸ਼ੁਭ ਦ੍ਰਿਸ਼ਟੀ ਕਰ ਦਿੰਦਾ ਹੈ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ। ਫਿਰ ਜਿਨ੍ਹਾਂ 'ਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਜਾਂਦਾ ਹੈ, ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਜਿਹਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ, ਅਖੰਡ ਕੀਰਤਨ ਹਮੇਸ਼ਾ ਲਈ ਸਿਮਰਨ ਕਰਦੇ ਰਹਿਣਾ। ਉਹ ਫਿਰ ਲਗਾਤਾਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਅਤੇ ਪਰਮਾਤਮਾ ਦਾ ਸਿਮਰਨ ਹੀ ਉਹਦੇ ਲਈ ਭੋਜਨ ਹੈ, ਉਹਦੇ ਲਈ ਚੂਰੀ ਹੈ। ਪਰਮਾਤਮਾ ਦਾ ਸਿਮਰਨ ਹੀ ਉਹਦੇ ਲਈ ਸਵਾਦਲਾ ਭੋਜਨ ਹੁੰਦਾ ਹੈ, ਕਿਉਂਕਿ ਉਹਨੂੰ ਪੂਰਾ ਗੁਰੂ ਮਿਲ ਪਿਆ ਹੈ। ਗੁਰੂ ਨੇ ਗੁਰਮੰਤਰ ਦਿੱਤਾ ਹੈ, ਉਹ ਪਰਮਾਤਮਾ ਦਾ ਨਾਮ ਜਪਦਾ ਹੈ, ਫਿਰ ਪਰਮਾਤਮਾ ਗੁਰੂ ਰਾਹੀਂ ਉਸ 'ਤੇ ਕਿਰਪਾ ਕਰ ਦਿੰਦਾ ਹੈ। ਅੱਗੇ ਕਹਿੰਦੇ ਗੌੜੀ ਮਹੱਲਾ ਪੰਜਵਾਂ, ਜਾਂ ਕਹਿਣਾ ਮਹਿਲਾ ਪੰਜਵਾਂ। ਇਹਨੂੰ ਮਹਿਲਾ ਪੰਜਵਾਂ ਨਹੀਂ ਕਹਿਣਾ, ਹਾਹੇ ਤੇ ਦਲਾਮਾਂ ਨਹੀਂ ਬੋਲਣੀ ਹੈ। ਹਾਹੇ ਤੋਂ ਪਹਿਲਾ ਅੱਖਰ ਮੁਕਤ ਹੈ, ਮੰਮਾ, ਮੁਕਤ ਤੇ ਦਲਾਮਾਂ ਲੱਗਦੀ ਹੈ। ਮਹਿਲਾ, ਗੌੜੀ ਮਹਿਲਾ ਪੰਜਵਾਂ। ਸਿਰਫ ਇੰਨੇ ਕਿ ਮਹਿਲਾ ਸ਼ਬਦ ਫਾਰਸੀ ਦਾ ਹੈ, ਮਹੱਲਾ ਸ਼ਬਦ ਅਰਬੀ ਦਾ ਹੈ। ਮਹਿਲਾ ਸ਼ਬਦ ਫਾਰਸੀ ਦਾ ਹੈ, ਮਹੱਲਾ ਸ਼ਬਦ ਅਰਬੀ ਭਾਸ਼ਾ ਦਾ। ਅਰਥ ਦੋਨਾਂ ਦਾ ਇੱਕੋ ਹੀ ਹੈ। ਇਸ ਲਈ ਤੁਹਾਡੀ ਮਰਜ਼ੀ, ਚਾਹੇ ਇਸ ਨੂੰ ਮਹਿਲਾ ਪੜ੍ਹੋ, ਚਾਹੇ ਇਸ ਨੂੰ ਮਹੱਲਾ ਪੜ੍ਹੋ। ਇਹ ਸਿਰਫ ਅਤੇ ਸਿਰਫ ਗੁਰੂਆਂ ਲਈ ਵਰਤਿਆ ਗਿਆ, ਗੁਰੂ ਗ੍ਰੰਥ, ਹੋਰ ਕਿਸੇ ਲਈ ਸ਼ਬਦ ਨਹੀਂ ਵਰਤਿਆ ਗਿਆ। ਇਹ ਸਿਰਫ ਗੁਰੂਆਂ ਲਈ ਵਰਤਿਆ ਗਿਆ ਹੈ। ਜਿਵੇਂ ਮਹੱਲਾ ਪੰਜਵਾਂ ਦਾ ਮਤਲਬ ਪੰਚਮ ਪਾਤਸ਼ਾਹ। ਇਹ ਬਾਣੀ ਕਿਹਦੀ ਹੈ? ਪੰਚਮ ਪਾਤਸ਼ਾਹ ਦੀ। ਪੰਚਮ ਪਾਤਸ਼ਾਹ ਕਹਿੰਦੇ ਗੁਰ ਕਾ ਸ਼ਬਦ ਰਿਦ ਅੰਤਰ ਧਾਰੈ,
पंच जना से संग निवारै, 10 इंद्री, 10 है ना बहुवचन है, इंद्री एक वचन हुंदा है। हुण अगे लग्या 10, जिवें 10 मैन नहीं आपां कह सकते, 10 मैन कहांगे, 10 बॉय नहीं कह सकते, 10 बॉयज़ कहांगे। इस तरह आपां 10 इंद्री नहीं कह सकते, 10 इंद्री। जदों बिहारी नूं बिंदी लग गई, इंद्री बहुवचन बन गया, हुण अर्थ हो गए इंद्रियां। 10 इंद्री कर रखै वास, ताकै आत्मै होए प्रगास। गुर का शब्द रिद अंतर धारै। ਜਿਹੜਾ ਗੁਰੂ ਦੇ ਸ਼ਬਦ ਨੂੰ, ਸ਼ਬਦ ਦੇ ਵਿੱਚ ਦੋ ਚੀਜ਼ਾਂ ਦੀ, ਇੱਕ ਗੁਰਬਾਣੀ, ਇੱਕ ਗੁਰਮੰਤਰ। ਜਿਹੜਾ ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਬਾਣੀ ਨੂੰ, ਗੁਰੂ ਦੇ ਮੰਤਰ ਨੂੰ ਰਿਦ ਅੰਤਰ ਧਾਰੈ, ਹਿਰਦੇ 'ਚ ਵਸਾ ਲੈਂਦਾ ਹੈ। ਜਿਹੜਾ ਬਾਣੀ ਦੇ ਉਪਦੇਸ਼ ਨੂੰ ਅਤੇ ਗੁਰਮੰਤਰ ਨੂੰ ਹਿਰਦੇ 'ਚ ਵਸਾ ਲੈਂਦਾ ਹੈ। ਪੰਜ ਜਨਾਂ ਸੋ ਸੰਗ ਨਿਵਾਰੈ। ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਤੋਂ ਆਪਣੇ ਸੰਗਤ ਦੂਰ ਕਰ ਲੈਂਦਾ ਹੈ। ਭਾਵ ਜਿਹੜਾ ਇਹਨਾਂ ਦੀ ਸੰਗਤ ਨਹੀਂ ਕਰਦਾ। 10 ਇੰਦਰੀ ਕਰ ਰੱਖੈ ਵਾਸ। ਜਿਹੜਾ 10 ਇੰਦਰੀਆਂ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਜਿਵੇਂ ਅੱਖਾਂ ਨੇ ਇਹ ਵੀ ਇੰਦਰੀਆਂ ਨੇ, ਨੱਕ ਹੈ ਇਹ ਵੀ ਇੰਦਰੀਆਂ ਨੇ, ਕੰਨ ਹੈ ਇਹ ਵੀ ਇੰਦਰੀਆਂ ਨੇ, ਮੂੰਹ ਹੈ ਇਹ ਵੀ ਇੰਦਰੀ ਹੈ, ਹੱਥ ਹੈ ਇਹ ਵੀ ਇੰਦਰੀ ਹੈ, ਪੈਰ ਨੇ ਇਹ ਵੀ ਇੰਦਰੀ ਹੈ, 2 ਸਾਡੇ ਗੁਪਤ ਅੰਗ ਨੇ ਉਹ ਵੀ ਇੰਦਰੀਆਂ ਨੇ। ਇਹ 10 ਇੰਦਰੀਆਂ ਨੇ। ਕਹਿੰਦੇ ਜਿਹੜਾ 10 ਇੰਦਰੀਆਂ ਨੂੰ ਵਸ ਵਿੱਚ ਕਰ ਲੈਂਦਾ ਹੈ। ਅੱਖਾਂ ਸਾਡੇ ਵਸ 'ਚ ਨਹੀਂ, ਕੰਨ ਵੀ ਸਾਡੇ ਵਸ 'ਚ ਨਹੀਂ, ਮੂੰਹ ਵੀ ਸਾਡੇ ਵਸ 'ਚ ਨਹੀਂ, ਹੱਥ ਪੈਰ ਵੀ ਸਾਡੇ ਵਸ 'ਚ ਨਹੀਂ ਹੈ। ਜਦੋਂ ਇਹ ਸਾਡੇ ਵਸ 'ਚ ਹੋ ਗਏ, ਅਸੀਂ ਕਿਸੇ ਵੱਲ ਵੀ ਗਲਤ ਤਰੀਕੇ ਨਾਲ ਦੇਖ ਨਹੀਂ ਸਕਾਂਗੇ, ਘਟੀਆ ਗੱਲਾਂ ਸੁਣ ਨਹੀਂ ਸਕਾਂਗੇ, ਘਟੀਆ ਬੋਲ ਨਹੀਂ ਸਕਾਂਗੇ, ਘਟੀਆ ਕੰਮ ਕਰ ਨਹੀਂ ਸਕਾਂਗੇ ਅਤੇ ਘਟੀਆ ਪਾਸੇ ਜਾ ਨਹੀਂ ਸਕਾਂਗੇ, ਕਿਉਂਕਿ ਇੰਦਰੀਆਂ 'ਤੇ ਕੰਟਰੋਲ ਹੋ ਗਿਆ ਹੈ। ਜਿਹੜਾ 10 ਇੰਦਰੀਆਂ ਨੂੰ ਵਸ 'ਚ ਕਰ ਲੈਂਦਾ ਹੈ, ਜਿਹਦੇ ਅੰਦਰ ਇਹ 3 ਗੁਣ ਪੈਦਾ ਹੋ ਜਾਣ। ਇੱਕ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਹਿਰਦੇ 'ਚ ਵਸ ਜਾਏ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਇਹ ਪੰਜਾਂ ਦੀ ਸੰਗਤ ਛੱਡ ਦੇਵੇ। ਜਿਹੜਾ 10 ਇੰਦਰੀਆਂ ਨੂੰ ਵਸ 'ਚ ਕਰ ਲਏ, ਤਾਂ ਕਿ ਆਤਮਾ ਹੋਏ ਪ੍ਰਗਾਸ, ਉਹਦੇ ਮਨ 'ਚ ਬ੍ਰਹਮ ਗਿਆਨ ਦਾ ਚਾਨਣ ਹੋ ਜਾਂਦਾ ਹੈ। ਭਾਵ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ। ਪ੍ਰਕਾਸ਼ ਚਾਨਣ ਹੈ। ਇੱਕ ਬਾਹਰਲਾ ਹੈ। ਧਰਮ ਦੇ ਬਾਹਰਲੇ ਚਾਨਣ ਦੀ ਕੋਈ ਬਹੁਤੀ ਮਹਾਨਤਾ ਨਹੀਂ, ਅੰਦਰਲੇ ਚਾਨਣ ਦੀ ਹੈ। ਉਹ ਹੁੰਦਾ ਗਿਆਨ ਦਾ ਚਾਨਣ। ਗਿਆਨ ਵੀ 2 ਪ੍ਰਕਾਰ ਦਾ ਹੁੰਦਾ, ਇੱਕ ਸੰਸਾਰਿਕ, ਇੱਕ ਰੱਬੀ। ਸੰਸਾਰਿਕ ਗਿਆਨ ਨਾਲ ਬਾਹਰ ਚਾਨਣ ਹੋ ਸਕਦਾ ਹੈ, ਅੰਦਰ ਨਹੀਂ ਹੋ ਸਕਦਾ। ਅੰਦਰ ਤੇ ਪਰਮਾਤਮਾ ਦੇ ਨਾਮ ਨਾਲ ਚਾਨਣ ਹੋਣਾ ਹੈ। ਇਸ ਲਈ ਉਹਦੇ ਅੰਤਰਾਤਮੇ ਬ੍ਰਹਮ ਗਿਆਨ ਦਾ, ਰੱਬੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਲਈ ਅਸੀਂ ਗੁਰਮੰਤਰ ਨੂੰ, ਬਾਣੀ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾਉਣਾ। ਪੰਜਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। 10 ਇੰਦਰੀਆਂ ਨੂੰ ਵਸ 'ਚ ਕਰਨਾ ਹੈ। ਫਿਰ ਸਾਨੂੰ ਬ੍ਰਹਮ ਗਿਆਨ ਹੋ ਜਾਏਗਾ, ਗਿਆਨ ਦਾ ਸਾਡੇ ਅੰਦਰ ਪ੍ਰਕਾਸ਼ ਹੋ ਜਾਵੇਗਾ। ਗੁਰ ਕਾ ਸ਼ਬਦ ਹਿਰਦ ਅੰਤਰ ਧਾਰੈ। ਗੁਰ ਕਾ ਸ਼ਬਦ ਹਿਰਦ ਅੰਤਰ ਧਾਰੈ। ਗੁਰ ਕਾ ਸ਼ਬਦ ਅੰਤਰ ਧਾਰੈ। ਗੁਰ ਕਾ ਸ਼ਬਦ ਉੱਚੀ ਬੋਲੋ। ਪੰਚ ਜਨਾਂ ਸਿਉ ਸੰਗ ਨਿਵਾਰੈ। ਪੰਚ ਜਨਾਂ ਸਿਉ ਸੰਗ ਨਿਵਾਰੈ। ਸੰਗ
ਸੰਗ ਨਿਵਾਰ। ਦਸ ਇੰਦਰੀ ਕਰ ਰਖੈ ਵਾਸ, ਦਸ ਇੰਦਰੀ ਕਰ ਰਖੈ ਵਾਸ। ਦਸ ਇੰਦਰੀ ਕਰ ਰਖੈ ਵਾਸ, ਦਸ ਇੰਦਰੀ ਕਰ ਰਖੈ ਵਾਸ। ਤਾਕੈ ਆਤਮੈ ਹੋਏ ਪਰਗਾਸ, ਤਾਕੈ ਆਤਮੈ ਹੋਏ ਪਰਗਾਸ। ਅੱਗੇ ਪੰਚਮ ਪਾਤਸ਼ਾਹ ਕਹਿੰਦੇ, ਐਸੀ ਦ੍ਰਿੜਤਾ ਤਾਕੈ ਹੋਏ, ਜਾ ਕੋ ਦਇਆ ਮਾਇਆ ਪ੍ਰਭ ਸੋਏ। ਪਰ ਇਹੋ ਜਿਹੀ ਦ੍ਰਿੜਤਾ ਉਹਦੇ ਅੰਦਰ ਪੈਦਾ ਹੁੰਦੀ ਹੈ ਜਿਸ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਹਦੀ ਦਇਆ ਦ੍ਰਿਸ਼ਟੀ ਹੁੰਦੀ ਹੈ। ਐਸੀ ਦ੍ਰਿੜਤਾ ਤਾਕ ਹੈ, ਤਾਕ ਹੈ ਉਸ ਦੇ। ਇਹ ਹਿੰਦੀ ਦਾ ਸ਼ਬਦ ਹੈ ਤਾਕ ਹੈ, ਪੰਜਾਬੀ ਤਾਂ ਉਸ ਦੇ। ਇਹੋ ਜਿਹੀ ਦ੍ਰਿੜਤਾ ਉਸ ਦੇ ਅੰਦਰ ਪੈਦਾ ਹੁੰਦੀ ਹੈ, ਜਾ ਕੋ ਦਇਆ ਮਾਇਆ ਪ੍ਰਭ ਸੋਏ, ਜਿਨ੍ਹਾਂ 'ਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੈ, ਉਹਨਾਂ 'ਤੇ ਹੁੰਦੀ ਹੈ। ਸਾਜਨ ਦੁਸ਼ਟ ਜਾ ਕੇ ਏਕ ਸਮਾਨੇ, ਜੇਤਾ ਬੋਲਣ ਤੇਤਾ ਗਿਆਨੇ, ਜੇਤਾ ਸੁਣਨ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਸਾਜਨ ਦੁਸ਼ਟ ਜਾ ਕੇ ਏਕ ਸਮਨ। ਸੱਜਣ ਤੇ ਦੁਸ਼ਮਣ ਜਿਹਨੂੰ ਇੱਕ ਸਮਾਨ ਲੱਗਦੇ ਨੇ, ਜਿਹਨੂੰ ਸੱਜਣ ਤੇ ਦੁਸ਼ਮਣ 'ਚ ਕੋਈ ਫਰਕ ਨਹੀਂ ਲੱਗਦਾ, ਇੱਕ ਸਮਾਨ ਲੱਗਦੇ ਨੇ, ਕਿਉਂਕਿ ਬ੍ਰਹਮ ਗਿਆਨੀ ਇੱਥੇ ਹੀ ਪਹੁੰਚਦਾ ਹੈ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਸਾਡੇ ਲਈ ਤਾਂ ਸੱਜਣ ਸੱਜਣ ਹੈ, ਦੁਸ਼ਮਣ ਦੁਸ਼ਮਣ ਹੈ। ਉਹਨਾਂ ਲਈ ਇੱਕ ਸਮਾਨ ਹੁੰਦੇ ਨੇ। ਕਿਉਂ? ਉਹਨਾਂ ਲਈ ਆਪਣਾ ਬਗਾਨਾ ਹੁੰਦਾ ਹੀ ਨਹੀਂ ਹੈ, ਉਹਨਾਂ ਦੇ ਸਾਰੇ ਹੀ ਆਪਣੇ ਹੁੰਦੇ ਨੇ। ਜੇਤਾ ਬੋਲਣ ਤੇਤਾ ਗਿਆਨ, ਜਿੰਨਾ ਵੀ ਬੋਲਦੇ ਨੇ ਉਹ ਗਿਆਨ ਦੀ ਗੱਲ ਹੀ ਕਰਦੇ ਨੇ, ਉਹ ਰੱਬੀ ਗਿਆਨ ਦੀ ਗੱਲ ਕਰਦੇ ਹਨ, ਸਾਡੇ ਵਾਂਗੂ ਸੰਸਾਰਕ ਗੱਲਾਂ ਨਹੀਂ ਕਰਦੇ। ਜੇਤਾ ਸੁਣਨਾ ਤੇਤਾ ਨਾਮ, ਜਿੰਨਾ ਵੀ ਸੁਣਦੇ ਨੇ ਉਹ ਪਰਮਾਤਮਾ ਦਾ ਨਾਮ ਹੀ ਸੁਣਦੇ ਹਨ। ਜੇਤਾ ਪੇਖਣ ਤੇਤਾ ਧਿਆਨ, ਪੇਖਣ ਦਾ ਵੇਖਣਾ, ਜਿੰਨਾ ਵੀ ਉਹ ਵੇਖਦੇ ਨੇ ਉਹ ਸਭ ਪਰਮਾਤਮਾ ਦਾ ਧਿਆਨ ਹੀ ਹੁੰਦਾ ਹੈ। ਉਹ ਵੇਖਦੇ ਉਹ ਨੇ ਜਿਹੜਾ ਜਿਹਨੂੰ ਵੇਖ ਕੇ ਰੱਬ ਯਾਦ ਆਵੇ। ਸਹਜੇ ਜਾਗਣ ਸਹਜੇ ਸੋਏ, ਸਹਜੇ ਹੋਤਾ ਜਾਏ ਸੋ ਹੋਏ, ਸਹਿਜ ਬੈਰਾਗ ਸਹਜੇ ਹੀ ਹਸਨ, ਸਹਜੇ ਚੂਪ ਸਹਜੇ ਹੀ ਜਪਨ। ਹੁਣ ਜਿਹਦੇ ਅੰਦਰ ਦ੍ਰਿੜਤਾ ਹੁੰਦੀ ਹੈ, ਜਿਸ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਜਿਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੁੰਦਾ ਹੈ, ਸਹਜੇ ਜਾਗਣ ਸਹਜੇ ਸੋਏ, ਉਹ ਚਾਹੇ ਜਾਗ ਰਹੇ ਨੇ ਚਾਹੇ ਸੁੱਤੇ ਹੋਏ ਨੇ, ਉਹ ਹਮੇਸ਼ਾ ਸਹਿਜ ਅਵਸਥਾ 'ਚ ਰਹਿੰਦੇ ਨੇ। ਸਹਿਜ ਅਵਸਥਾ ਇੱਕ ਐਸੀ ਅਵਸਥਾ ਹੈ ਜਿੱਥੇ ਜਾ ਕੇ ਮਨ ਅਡੋਲ ਹੋ ਜਾਂਦਾ ਹੈ, ਅੰਦਰ ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ। ਦੁੱਖ ਸੁੱਖ ਖੁਸ਼ੀ ਗਮੀ ਤੋਂ ਉੱਪਰ ਉੱਠ ਜਾਂਦਾ ਹੈ। ਉਹਨੂੰ ਸੋਨਾ ਅਤੇ ਮਿੱਟੀ ਇੱਕ ਸਮਾਨ ਲੱਗਣ ਲੱਗ ਜਾਂਦੇ ਹਨ। ਇਹਨੂੰ ਕਹਿੰਦੇ ਸਹਿਜ ਅਵਸਥਾ, ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨ ਦੀ ਅਵਸਥਾ। ਸਹਿਜ ਅਵਸਥਾ ਉਨਾ ਚਿਰ ਸਾਡੇ 'ਚ ਪੈਦਾ ਨਹੀਂ ਹੁੰਦੀ ਜਿੰਨਾ ਚਿਰ ਸਾਨੂੰ ਬ੍ਰਹਮ ਗਿਆਨ ਨਹੀਂ ਹੋ ਜਾਂਦਾ। ਬ੍ਰਹਮ ਗਿਆਨ ਉਦੋਂ ਹੁੰਦਾ ਜਦੋਂ ਸਾਡੀ ਸਮਾਧੀ ਲੱਗਣੀ ਸ਼ੁਰੂ ਹੋਵੇ। ਬਾਕੀ ਤਾਂ ਪੜ੍ਹਿਆ ਹੋਇਆ ਗਿਆਨ ਹੈ, ਸਾਰਾ ਪੜ੍ਹੇ ਬ੍ਰਹਮ ਗਿਆਨ ਹੀ ਹੈ। ਨਹੀਂ, ਜਦੋਂ ਬ੍ਰਹਮ ਨੂੰ ਵੇਖਾਂਗੇ, ਬ੍ਰਹਮ ਕੋਲ ਜਾਵਾਂਗੇ, ਫਿਰ ਸਾਨੂੰ ਬ੍ਰਹਮ ਦਾ ਪਤਾ ਲੱਗੇਗਾ।
ਕਰਤਾਰਪੁਰ ਬਾਰੇ ਮੈਂ ਸੁਣ ਲਿਆ ਹੈ, ਪੜ੍ਹ ਲਿਆ ਹੈ। ਇਹ ਤੇ ਕਿਤਾਬੀ ਗਿਆਨ ਹੈ। ਕਰਤਾਰਪੁਰ ਜਾ ਕੇ ਆਪ ਮੈਂ ਵੇਖਦਾ ਹਾਂ, ਅਸਲ ਉਹ ਗਿਆਨ ਹੈ, ਅਸਲ ਉਹ ਗਿਆਨ ਹੁੰਦਾ ਹੈ। ਸੋ ਬ੍ਰਹਮ ਗਿਆਨ ਜਦੋਂ ਪੈਦਾ ਹੋ ਜਾਂਦਾ ਹੈ, ਉਹਨੂੰ ਹੁੰਦਾ ਵੀ ਸਭ ਪਰਮਾਤਮਾ ਹੀ ਪਰਮਾਤਮਾ, ਉਸ ਦੇ ਬਿਨਾਂ ਤੇ ਕੁਛ ਹੋਰ ਹੈ ਹੀ ਨਹੀਂ ਹੈ। ਜੋ ਕੁਛ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ ਹੈ। ਇਹ ਜੀਵ ਆਪਣੀ ਮਨ ਮਰਜ਼ੀ ਕਰ ਹੀ ਨਹੀਂ ਸਕਦੇ, ਉਹਦੇ ਹੁਕਮ 'ਚ ਹੋ ਰਿਹਾ ਹੈ। ਉਹ ਜਿਸ ਤੋਂ ਜੋ ਕਰਾ ਰਿਹਾ ਉਹ ਜੀਵ ਕਰ ਰਿਹਾ ਹੈ, ਆਪਣੀ ਮਰਜ਼ੀ ਉਹ ਨਹੀਂ ਕਰ ਰਿਹਾ ਹੁੰਦਾ। ਸੋ ਉੱਥੇ ਜਾ ਕੇ ਫਿਰ ਸਭ ਪਾਸੇ ਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਹੁੰਦਾ। ਹਰ ਇੱਕ ਚੀਜ਼ ਦੇ ਵਿੱਚ ਉਹਨੂੰ ਰੱਬ ਦਿਸਣਾ ਸ਼ੁਰੂ ਹੁੰਦਾ, ਰੱਬ ਸੁਣਨਾ ਸ਼ੁਰੂ ਹੋ ਜਾਂਦਾ ਹੈ। ਉਹਦੇ ਥੰਮਲੇ ਨੂੰ ਵੀ ਕੰਨ ਲਾਏ ਗਏ ਸੀ ਵੀ ਉਹਨੂੰ ਵਾਹਿਗੁਰੂ 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 ਸੁਣ ਰਿਹਾ ਹੋਵੇਗਾ। ਸਿੱਖ ਨੂੰ ਵਾਹਿਗੁਰੂ ਵਾਹਿਗੁਰੂ ਸੁਣ ਰਿਹਾ ਹੋਵੇਗਾ, ਕੋਈ ਹਿੰਦੂ ਵੀਰ ਨੂੰ ਰਾਮ 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 ਸੁਣ ਰਿਹਾ ਹੋਵੇਗਾ। ਇੱਕ ਐਸੀ ਅਵਸਥਾ ਵੀ ਆ ਜਾਂਦੀ, ਕੰਧਾਂ ਵੀ ਬੋਲਦੀਆਂ ਨੇ, ਕੰਧਾਂ 'ਚ ਵੀ ਆਵਾਜ਼ ਹੁੰਦੀ ਹੈ। ਦਰਖਤ ਨਾਲ ਕੰਨ ਲਓ, ਦਰਖਤ ਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਸੁਣਦਾ। ਆਪਣਾ ਹੱਥ ਕੰਨ ਨੂੰ ਲਾਓ, ਤੁਹਾਨੂੰ ਵਾਹਿਗੁਰੂ 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 ਸੁਣਦਾ ਹੈ। ਰੋਮ ਰੋਮ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਉਹਦਾ ਰੋਮ ਰੋਮ ਪਰਮਾਤਮਾ ਦਾ ਨਾਮ ਜਪਦਾ। ਇਸ ਲਈ ਸਾਰੇ ਸਰੀਰ ਦੇ ਵਿੱਚੋਂ ਹੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਰਹਿੰਦੀ ਹੈ। ਇਹ ਹੈ ਬ੍ਰਹਮ ਗਿਆਨ। ਇੱਥੇ ਅਖੀਰ ਨੂੰ ਇੱਥੇ ਹੀ ਪਹੁੰਚਣਾ, ਚਾਹੇ 100 ਜਨਮ ਲੱਗ ਜਾਏ ਬੰਦੇ ਦਾ। ਇਹ ਤਾਂ ਸਾਡਾ ਖੜਾ ਛੁੱਟੂਗਾ। ਭਜਨ ਬੰਦਗੀ ਕਰਕੇ ਸਵਰਗਾਂ ਨੂੰ ਤਾਂ ਚਲੇ ਜਾਵਾਂਗੇ, ਪਰ ਜੰਮਣ ਮਰਨ ਦਾ ਚੱਕਰ ਨਹੀਂ ਖਤਮ ਹੋਏਗਾ। ਤੁਹਾਨੂੰ 100 ਸਾਲ ਦਾ ਸਵਰਗ ਮਿਲ ਗਿਆ, ਉੱਥੇ ਮਿਲ ਕੇ ਫਿਰ ਮਨੁੱਖਾ ਜੀਵਨ ਦੁਬਾਰਾ ਮਿਲੇਗਾ। ਆ ਜਾ ਵੀ ਸੱਜਣ, ਫਿਰ ਪੈਦਾ ਹੋ। ਸਵਰਗ ਹਮੇਸ਼ਾ ਲਈ ਨਹੀਂ ਮਿਲਦਾ। ਜਿੰਨੇ ਕੁ ਅਸੀਂ ਕਰਮ ਕੀਤੇ ਹੁੰਦੇ ਨੇ ਉਹਦੇ ਅਨੁਸਾਰ ਸਾਨੂੰ ਸਵਰਗ ਜਾਂ ਨਰਕ ਮਿਲਦਾ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜੋ ਸਹਿਜ ਅਵਸਥਾ 'ਚ ਆ ਜਾਂਦੇ ਨੇ, ਉਹ ਚਾਹੇ ਜਾਗਦੇ ਨੇ ਚਾਹੇ ਸੁੱਤੇ ਨੇ, ਉਹਨੂੰ ਤਾਂ ਸਿਮਰਨ ਕਰਦੇ ਰਹਿਣਾ ਹੁੰਦਾ, ਆਪਣੇ ਆਪ ਹੀ ਹੁੰਦਾ ਰਹਿੰਦਾ। ਸੁੱਤਿਆਂ ਆਪਣੇ ਆਪ ਹੁੰਦਾ, ਜਾਗਦਿਆਂ ਕਰਦੇ ਰਹਿੰਦੇ ਹਨ, ਸਹਿਜ ਅਵਸਥਾ 'ਚ ਰਹਿੰਦੇ ਨੇ। ਉਹਨਾਂ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ। ਸਾਨੂੰ ਤਾਂ ਕੰਮਾਂ ਲਈ ਉਚੇਚ ਕਰਨਾ ਪੈਂਦਾ, ਉਹ ਸਹਿਜ ਸੁਭਾਅ ਕਰਦੇ ਰਹਿੰਦੇ ਨੇ, ਸਹਿਜ ਸੁਭਾਅ ਕਰਦੇ ਰਹਿੰਦੇ। ਸਹਿਜੇ ਇਹੀ ਸੀ, ਸਹਿਜੇ ਹੋਤਾ ਜਾਏ ਸੋ ਹੋਏ। ਸਹਿਜ ਸੁਭਾਅ ਜੋ ਹੋ ਰਿਹਾ ਉਹਨੂੰ ਹੋਣ ਦਿੰਦੇ ਨੇ। ਉਹ ਕਹਿੰਦੇ ਜੋ ਹੋ ਰਿਹਾ ਠੀਕ ਹੋ ਰਿਹਾ। ਅਸੀਂ ਤਾਂ ਆਪਣੇ ਵਿਚਾਰ ਵਾਲ ਵੇਖਦੇ ਨੇ, ਠੀਕ ਹੋ ਰਿਹਾ ਕਿ ਗਲਤ ਹੋ ਰਿਹਾ ਹੈ। ਪਰਮਾਤਮਾ ਜੋ ਕਰਦਾ ਠੀਕ ਕਹਿੰਦੇ ਕਰਦਾ। ਆਮ ਲੋਕ ਇਸ ਗੱਲ ਨੂੰ ਕਹਿੰਦੇ ਨੇ। ਧਰਮ ਤਾਂ ਕਹਿੰਦੇ ਹੀ ਕਹਿੰਦੇ ਪਰਮਾਤਮਾ ਜੋ ਕਰਦਾ ਠੀਕ ਕਰਦਾ ਹੈ, ਪਰ ਸਾਡੀਆਂ ਨਜ਼ਰਾਂ 'ਚ ਉਹ ਸਾਰਾ ਕੋਈ ਠੀਕ ਨਹੀਂ ਕਰਦਾ। ਅਸੀਂ ਕਹਿੰਦੇ ਨਹੀਂ, ਆਹ ਮਾੜਾ ਹੋਇਆ, ਆਹ ਗਲਤ ਹੋਇਆ, ਆਹ ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਬ੍ਰਹਮ ਗਿਆਨੀ ਕਹਿੰਦਾ ਜੋ ਹੋ ਰਿਹਾ ਠੀਕ ਹੋ ਰਿਹਾ। ਜੇ ਗੁਰੂ ਅਰਜਨ ਦੇਵ ਜੀ ਬ੍ਰਹਮ ਗਿਆਨੀ ਨਾ ਹੁੰਦੇ, ਵੈਸੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ, ਤਾਂ ਉਹਨਾਂ ਨੇ ਆਪਣੀ ਸਿੱਧੀ ਵਰਤ ਕੇ ਤਵੀ ਠੰਡੀ ਕਰ ਦੇਣੀ ਸੀ। ਪਰ ਉਹਨਾਂ ਕਿਹਾ ਨਹੀਂ, ਜੋ ਹੋ ਰਿਹਾ ਠੀਕ ਹੋ ਰਿਹਾ ਹੈ। ਇਸ ਲਈ ਉਹਨਾਂ ਨੇ ਕੋਈ ਸਰਾਪ ਨਹੀਂ ਦਿੱਤਾ, ਕੁਛ ਨਹੀਂ ਕਿਹਾ, ਕੁਛ ਨਹੀਂ ਕਿਹਾ। ਨਾ ਕੋਈ ਆਪਣੇ ਸਿੱਖਾਂ ਨੂੰ ਕੋਈ ਮਗਰੋਂ ਭੜਕਾਇਆ ਵੀ ਜੇ ਮਰ ਗਿਆ ਤੁਸੀਂ ਇਹ ਕਰਦੇ ਹੋ ਉਹ ਕਰਦੇ, ਹੱਲਾ ਗੁੱਲਾ ਮਚਾਇਆ, ਕੁਛ ਨਹੀਂ। ਬਸ ਉਹ ਕਹਿੰਦੇ ਉਹਦਾ ਹੁਕਮ ਹੈ। ਕਿਹੜੇ ਸਨ ਪੀਰ ਲਾਹੌਰ ਦੇ? ਮੀਆਂ ਮੀਰ ਜੀ। ਮੀਆਂ ਮੀਰ ਜੀ ਨੂੰ ਜਦੋਂ ਪਤਾ ਲੱਗਿਆ ਕਿ ਤੱਤੇ ਤਵੀਆਂ ਤੇ ਗੁਰੂ ਅਰਜਨ ਦੇਵ ਨੇ ਬਿਠਾਤਾ ਹੈ, ਲਾਹੌਰ 'ਚ ਰਹਿੰਦੇ ਸਨ, ਉਹ ਇੱਕਦਮ ਕਿਲੇ 'ਚ ਆਏ ਜਿੱਥੇ ਸਨ ਗੁਰੂ ਨੇ ਰੱਖਿਆ ਹੋਇਆ। ਉਹ ਵੇਖ ਕੇ ਵਿਆਹ ਕੀ, ਉਹ ਕਹਿੰਦਾ ਵੀ ਮਹਾਰਾਜ ਇੰਨਾ ਜ਼ੁਲਮ, ਇਹ ਤੁਸੀਂ ਤਵੀ ਨੂੰ ਠੰਡੀ ਕਿਉਂ ਨਹੀਂ ਕਰ ਦਿੰਦੇ? ਗੁਰੂ ਮਹਾਰਾਜ ਕਹਿੰਦੇ ਨਹੀਂ,
ਸਾਨੂੰ ਤਤੀ ਤਵੀ 'ਤੇ ਬੈਠਣ ਦਾ ਹੁਕਮ ਹੈ। ਅਸੀਂ ਪਰਮਾਤਮਾ ਦੀ ਰਜ਼ਾ 'ਚ ਬੈਠੇ ਹੋਏ ਹਾਂ, ਇਸ ਲਈ ਇਹ ਬਹਿਣਾ ਹੈ ਬਸ, ਅਸੀਂ ਕੋਈ ਸ਼ਕਤੀ ਨਹੀਂ ਵਰਤਣੀ। ਇਹ ਹੈ ਬ੍ਰਹਮ ਗਿਆਨ ਦੀ ਅਵਸਥਾ। ਉਦੋਂ ਨੀਵੀਂ ਹੁੰਦੀ ਤਾਂ ਉਹਨੇ ਠੰਡੀ ਕਰ ਦੇਣੀ ਸੀ। ਇਸ ਲਈ ਸਹਿਜੇ ਹੋਤਾ ਜਾਏ ਸੋ ਹੋਏ। ਇਸ ਲਈ ਸਹਿਜ ਸਭਾ ਜੋ ਹੋ ਰਿਹਾ ਉਹ ਕਦੇ ਹੋਈ ਜਾਣ ਦਿਓ। ਸਹਿਜ ਬੈਰਾਗ ਸਹਿਜੇ ਹੀ ਹਸਨ। ਸਹਿਜ ਦੇ ਵਿੱਚ ਹੀ ਉਹ ਸੰਸਾਰ ਵੱਲੋਂ ਬੈਰਾਗੀ ਹੋ ਜਾਂਦੇ ਨੇ। ਸਹਿਜ ਸੁਭਾਈ ਖੁਸ਼ ਹੁੰਦੇ ਰਹਿੰਦੇ ਨੇ। ਆਪਣੀ ਮੌਜ ਨੇ, ਬ੍ਰਹਮ ਗਿਆਨੀ ਆਪਣੀ ਮੌਜ 'ਚ ਕਦੇ ਰੋ ਰਿਹਾ ਕਦੇ ਹੱਸ ਰਿਹਾ। ਗੁਰਬਾਣੀ ਕਹਿੰਦੀ ਉਹ ਜੋ ਹੋ ਰਿਹਾ ਸਹਿਜ ਸੁਭਾਈ ਚਲੀ ਜਾ ਰਿਹਾ। ਸਹਿਜੇ ਚੂਪ ਸਹਿਜੇ ਹੀ ਜਪਨ। ਸਹਿਜ ਸੁਭਾਈ ਕਦੇ ਚੁੱਪ ਕਰ ਜਾਂਦੇ ਨੇ ਤੇ ਕਦੇ ਪਰਮਾਤਮਾ ਦਾ ਨਾਮ ਜਪਣ ਲੱਗਦੇ ਹਨ। ਸਹਿਜੇ ਭੋਜਨ ਸਹਿਜੇ ਭਾਉ। ਸਹਿਜੇ ਮਿਟਿਓ ਸਗਲ ਦੁਰਾਉ। ਸਹਿਜੇ ਹੋਆ ਸਾਧੂ ਸੰਗ। ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ। ਸਹਿਜ ਅਵਸਥਾ ਦੇ ਵਿੱਚ ਹੀ ਉਹ ਭੋਜਨ ਕਰਦੇ ਨੇ। ਸਹਿਜ ਅਵਸਥਾ ਦੇ ਵਿੱਚ ਹੀ ਦੂਸਰਿਆਂ ਨੂੰ ਪਿਆਰ ਕਰਦੇ ਨੇ। ਸਹਿਜ ਸੁਭਾਅ ਹੀ ਉਹਨਾਂ ਦੇ ਅੰਦਰ ਦੁਰਾਓ ਹੁੰਦੀ ਹੈ, ਦੂਰੀ ਪਾਪ ਭਿੰਨ ਭੇਦ, ਭੇਦ ਭਾਵ ਉਹ ਮਿਟ ਜਾਂਦਾ। ਉਹਨਾਂ ਦੇ ਅੰਦਰ ਭੇਦ ਭਾਵ ਰਹਿੰਦੇ ਹੀ ਕੋਈ ਨਹੀਂ। ਵਿਸਰ ਗਈ ਸਭ ਤਾਤ ਪਰਾਈ। ਬੇਗਾਨਾ ਭੁੱਲ ਜਾਂਦਾ ਹੈ। ਕੋਈ ਕਿਸੇ ਨਾਲ ਈਰਖਾ ਨਹੀਂ ਰਹਿੰਦੀ। ਅੱਜ ਤਾਂ ਜੇ ਇੱਕ ਰਿਸ਼ਤੇਦਾਰ ਤਰੱਕੀ ਕਰਕੇ ਦੂਜਾ ਸੜਦਾ ਰਹਿੰਦਾ ਹੈ। ਬਹੁਤ ਸਾਰੇ ਲੋਕ ਐਸੇ ਨੇ, ਜਦੋਂ ਆਪਣੇ 'ਚ ਕੋਈ ਤਰੱਕੀ ਕਰਦਾ ਦੂਜੇ ਸੜਦੇ ਬਣਦੇ ਰਹਿੰਦੇ ਨੇ। ਆਹ ਟੂਣੇ ਜਿਹੜੇ ਕਰਦੇ ਨੇ ਇਸੇ ਲਈ ਕਰਦੇ ਨੇ। ਆਪ ਤਰੱਕੀ ਕਰ ਨਹੀਂ ਸਕਦੇ, ਦੂਜਿਆਂ ਨੂੰ ਡਾਊਨ ਕਰਨ 'ਤੇ ਲੱਗੇ ਰਹਿੰਦੇ ਨੇ। ਉਹਨਾਂ ਦੇ ਅੰਦਰ ਇਹ ਗੱਲ ਹੀ ਨਹੀਂ ਹੁੰਦੀ ਹੈ। ਸਹਿਜ ਸੁਭਾਅ ਉਹਨਾਂ ਦੇ ਅੰਦਰ ਜਿਹੜੀ ਦੂਰੀ ਹੈ, ਭਿੰਨ ਭੇਦ ਹੈ, ਉਹ ਮਿਟ ਜਾਂਦਾ ਹੈ। ਸਹਿਜੇ ਹੋਆ ਸਾਧੂ ਸੰਗ। ਸਹਿਜ ਸੁਭਾਅ ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਸਹਿਜ ਸੁਭਾਅ ਪ੍ਰਾਪਤ ਹੋ ਜਾਂਦੀ। ਉਹ ਗੁਰੂ ਦੀ ਸੰਗਤ ਕਰਨ ਲਈ ਯਤਨ ਨਹੀਂ ਕਰਦੇ। ਵੈਸੇ ਹੀ ਕਈ ਵਾਰੀ ਹੋ ਜਾਂਦਾ। ਮੈਂ ਕਈ ਸੋਚਦੇ ਸੱਜਣ ਠੱਗ ਵਰਗੇ, ਕੋਡੇ ਰਾਖਸ਼ ਵਰਗੇ ਕਈ ਲੋਕ ਇੰਨੇ ਕਿੱਡੇ ਵੱਡੇ ਭਾਗਾਂ ਵਾਲੇ ਸਨ। ਉਹ ਗੁਰੂ ਨਾਨਕ ਦੇਵ ਜੀ ਕੋਲ ਨਹੀਂ ਗਏ, ਗੁਰੂ ਨਾਨਕ ਦੇਵ ਚੱਲ ਕੇ ਉਹਨਾਂ ਕੋਲ ਗਏ। ਇਹਦਾ ਮਤਲਬ ਪਿਛਲੇ ਜਨਮਾਂ ਦੀ ਉਹਨਾਂ ਦੀ ਕਮਾਈ ਤਾਂ ਹੋਵੇਗੀ, ਇਸ ਜਨਮ 'ਚ ਆ ਕੇ ਕਿਸੇ ਕਾਰਨ ਉਹ ਇਸ ਗਲਤ ਪਾਸੇ ਲੱਗ ਗਏ। ਸੰਸਾਰ ਦੀ ਇੰਨੀ ਮਹਾਨ ਸ਼ਕਤੀ ਗੁਰੂ ਨਾਨਕ ਦੇਵ ਵਰਗੇ ਆਪ ਚੱਲ ਕੇ ਗਏ। ਸਹਿਸ ਵਰਗੇ ਉਹਨਾਂ ਨੇ ਤਾਂ ਕੋਈ ਇੱਛਾ ਹੀ ਨਹੀਂ ਕੀਤੀ। ਸੱਜਣ ਠੱਗ ਤਾਂ ਕੋਈ ਇੱਛਾ ਹੀ ਨਹੀਂ ਕੀਤੀ ਵੀ ਗੁਰੂ ਨਾਨਕ ਦੀ ਮੇਰੇ ਘਰ ਆਉਣ। ਇਸ ਲਈ ਸਹਿਜ ਸੁਭਾਅ ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਸਹਿਜ ਮਿਲਿਓ ਪਾਰ ਬ੍ਰਹਮ ਨਿਸੰਗ। ਨਿਸੰਗ ਹੁੰਦਾ ਪ੍ਰਤੱਖ ਤੌਰ 'ਤੇ ਉਹਨੂੰ ਪਰਮਾਤਮਾ ਮਿਲ ਜਾਂਦਾ ਹੈ। ਜਦੋਂ ਕੋਈ ਇਸ ਅਵਸਥਾ 'ਚ ਆ ਜਾਂਦਾ ਹੈ ਫਿਰ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਜ ਸੁਭਾਅ ਹੋ ਜਾਂਦੀ ਹੈ। ਸਹਿਜੇ ਗ੍ਰਹਿ ਕਹਿ ਰੱਖਣ। ਅਜੇ ਨਾ ਹੋਵੇ ਕਿ ਅਸੀਂ ਪੜ੍ਹੇ ਲਿਖੇ ਸਾਨੂੰ ਪੰਜਾਬੀ ਨਾ ਪੜ੍ਹਨੀ ਆਵੇ। 99% ਨੂੰ ਤਾਂ ਗ੍ਰਹਿ ਹੀ ਨਹੀਂ ਪੜ੍ਹਨਾ ਹੁੰਦਾ। ਨਾ ਪਾਠੀਆਂ ਨੂੰ, ਨਾ ਕੀਰਤਨੀਆਂ ਨੂੰ, ਨਾ ਕਥਾਕਾਰਾਂ ਨੂੰ। ਲੈ ਆਹੀ ਨਹੀਂ ਪੜ੍ਹਨਾ ਹੁੰਦਾ। ਕਈ ਵਾਰ ਸੋਚਦੇ ਪਰ ਇਹ ਅਨਪੜ੍ਹ ਲੋਕ ਨੇ ਕਿ ਪਤਾ ਨਹੀਂ ਬੇਧਿਆਨੇ ਨੇ। ਪਰ ਕੀ ਕਾਰਨ ਹੈ ਵੀ ਪੰਜਾਬੀ 'ਚ ਲਿਖਿਆ ਹੋਇਆ ਉਹੀ ਨਹੀਂ ਪੜ੍ਹਨਾ ਆਉਂਦਾ। ਇਹਨੂੰ 99.99% ਪਾਠੀ ਕੀਰਤਨੀਏ ਕਥਾਕਾਰ ਗ੍ਰਹਿ ਕਹਿੰਦੇ ਨੇ।
ਉਹਨਾਂ ਨੂੰ ਗਿਆਨ ਹੀ ਨਹੀਂ ਕਿ ਇਹ ਤਾਂ ਹਿੰਦੀ ਦਾ ਸ਼ਬਦ ਹੈ, ਅਤੇ ਹਿੰਦੀ ਜਾਂਦਾ ਗ੍ਰਹਿ। ਉਂਝ ਵੀ ਜਿਹੜਾ ਹੈ, ਜਿਹੜੀ ਗੱਗੇ ਨੂੰ ਸਿਆਰੀ ਹੈ, ਜਿਹੜਾ ਪੈਰ 'ਚ ਅੱਖਰ ਹੁੰਦਾ ਉਹਨੂੰ ਬੋਲਦੀ ਹੈ। ਅਤੇ ਗੱਗਾ ਰਾਰੇ ਨੂੰ ਸਿਆਰੀ, ਹਾ ਕੀ ਬਣ ਗਿਆ? ਗ੍ਰਹਿ। ਕੀ ਬਣ ਗਿਆ? ਗ੍ਰਹਿ। ਬੋਲਣਗੇ ਗ੍ਰਹਿ। ਵੀ ਗ੍ਰਹਿ ਤਾਂ ਭਲੇ ਮਾਨਸਾ, ਮੰਗਲ ਗ੍ਰਹਿ, ਧਰਤੀ ਜਿਹੜੀ ਹੈ, ਸ਼ੁਕਰ ਗ੍ਰਹਿ, ਸ਼ਨੀ ਗ੍ਰਹਿ, ਇਹ 9 ਗ੍ਰਹਿ ਨੇ। ਗ੍ਰਹਿ ਹੁੰਦਾ ਘਰ। ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ। ਸਹਿਜ ਸੁਭਾਏ, ਘਰ 'ਚ ਰਹਿਣ ਤਾਂ ਵੀ ਸਹਿਜ ਸੁਭਾ ਰਹਿੰਦੇ ਨੇ, ਅਤੇ ਘਰ ਤੋਂ ਬਾਹਰ ਚਲੇ ਗਏ ਉਦਾਸੀ ਤਾਂ ਵੀ ਸਹਿਜ ਸੁਭਾ ਰਹਿੰਦੇ ਨੇ। ਇਸ ਲਈ ਇਹਨੂੰ ਗ੍ਰਹਿ ਪੜ੍ਹਨਾ, ਖਿਆਲ ਰੱਖਣਾ। ਜਿੰਨਾ ਇੱਥੋਂ ਸੰਥਿਆ ਲਈ, ਜੇ ਉਹਨੇ ਗ੍ਰਹਿ ਪੜ੍ਹਿਆ, ਮੈਨੂੰ ਬੜਾ ਅਫਸੋਸ ਹੋਵੇਗਾ ਵੀ ਮੈਂ ਇੰਨਾ ਮੱਥਾ ਮਾਰਿਆ ਨਾ ਕਥਾ 'ਚ ਵੀ ਅਤੇ ਉਂਝ ਵੀ, ਅਤੇ ਅਜੇ ਵੀ ਇਹ ਗ੍ਰਹਿ ਬੋਲਦੇ ਨੇ ਫਿਰ ਵੀ ਮੂੰਹ 'ਤੇ ਚੜ੍ਹ ਗਿਆ ਗਲਤ ਸ਼ਬਦ। ਇਸ ਲਈ ਬੁੱਢਿਆਂ ਨੂੰ ਪੜ੍ਹਾਉਣਾ ਬੜਾ ਔਖਾ ਹੁੰਦਾ। ਬੁੱਢਿਆਂ ਨੂੰ ਸੰਥਿਆ ਦੇਣੀ ਬਹੁਤ ਹੀ ਔਖੀ ਹੁੰਦੀ, ਕਿਉਂਕਿ ਉਹ ਪਹਿਲਾਂ ਪਾਠ ਕਰਦੇ ਰਹੇ ਨੇ ਕਈ ਸਾਲ ਆਪਣੇ ਤਰੀਕੇ ਨਾਲ, ਉਹ ਪੱਕ ਗਿਆ। ਜਿਵੇਂ ਤੋਤਾ ਸੀ, ਉਹਨੂੰ ਜਿਹੜਾ ਰਾਮ 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 ਰਾਮ, ਕਿਸੇ ਹਿੰਦੂ ਕੋਲ ਸੀ ਪਹਿਲਾਂ, ਉਹਨੂੰ ਆਦਤ ਪੈ ਗਈ ਰਾਮ 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 ਕਰਨ ਦੀ। ਕਈ ਸਾਲ ਉਹ ਕਰਦਾ ਰਿਹਾ। ਕਿਸੇ ਸਰਦਾਰ ਨੇ ਉਹਨੂੰ ਖਰੀਦ ਲਿਆ, ਉਹਨਾਂ ਨੂੰ ਵਾਹਿਗੁਰੂ 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 ਸਿਖਾਤਾ। ਉਹ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਬੋਲਿਆ ਕਰ, ਫਿਰ ਕਿ ਰਾਮ 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 ਰਾਮ। ਇਸ ਲਈ ਕਹਿੰਦੇ ਬੁੱਢੇ ਤੋਤਿਆਂ ਨੂੰ ਜਿਹੜਾ ਪੜ੍ਹਾਉਣਾ ਔਖਾ ਹੁੰਦਾ ਹੈ। ਮੇਰੇ ਕੋਲ ਆਉਂਦੇ ਨੇ ਕਈ ਪਾਠ ਸਿੱਖਣ, ਮੈਂ ਨਹੀਂ ਭਰਾਵਾ ਤੇਰੀ ਕੋਈ ਗੱਲ ਨਹੀਂ ਬਣਨੀ, ਤੂੰ ਕਿਸੇ ਪਾਸੇ ਜੋਗਾ ਨਹੀਂ ਰਹੇਂਗਾ, ਤੂੰ ਹੁਣ ਹੈਗਾ ਭਗਲਾ ਅਤੇ ਹੰਸ ਦੀ ਚਾਲ ਚੱਲਣ ਲੱਗਾ, ਤੇਰੀ ਆਪਣੀ ਵੀ ਭੁੱਲ ਜਾਣੀ। ਤੂੰ ਜਿੱਥੇ ਹੈ ਉਸ ਤੇ ਰਹਿ, ਤੂੰ ਬਸ ਜੋ ਜਿਹਾ ਹੁੰਦਾ ਤੈਨੂੰ ਕੋਈ ਨਾ ਉਹ ਆਉਣੀ ਨਾ ਉਹ ਆਉਣੀ ਹੈ, ਪੱਕ ਗਿਆ। ਇਸ ਤਰ੍ਹਾਂ ਸਾਡੇ ਪਾਠੀਆਂ ਦੇ, ਕੀਰਤਨੀਆਂ ਦੇ, ਕਥਾਕਾਰਾਂ ਦੇ ਇਹ ਪੱਕ ਗਏ ਗ੍ਰਹਿ ਬੋਲਣਾ ਬਸ। ਕਿਉਂਕਿ ਪੜ੍ਹਨ ਵੇਲੇ ਖਿਆਲ ਹੀ ਨਹੀਂ ਕੀਤਾ, ਅਤੇ ਜਾਂ ਪੜ੍ਹਨਾ ਨਹੀਂ ਆਉਂਦਾ, ਦੋ ਹੀ ਕਹਿ ਸਕਦੇ। ਜਾਂ ਤਾਂ ਪੜ੍ਹਨਾ ਹੀ ਨਹੀਂ ਆਉਂਦਾ ਲਿਖਿਆ ਕੀ ਹੈ, ਅਤੇ ਜਾਂ ਫਿਰ ਪੜ੍ਹਨ ਵੇਲੇ ਖਿਆਲ ਨਹੀਂ ਕੀਤਾ, ਜੋ ਮਰਜ਼ੀ ਬੋਲੀ ਜਾਂਦੇ ਹਨ। ਸਹਿਜੇ ਗ੍ਰਹਿ ਮੈਂ, ਗ੍ਰਹਿ ਤੋਂ ਬਣੇ ਗ੍ਰਸਥੀ। ਫਲਾਣਾ ਬੰਦਾ ਜੀ ਗ੍ਰਸਥੀ ਹੈ, ਜਿਹੜਾ ਘਰ ਪਰਿਵਾਰ ਵਾਲਾ ਹੈ, ਉਹ ਗ੍ਰਹਿ ਹੈ। ਗ੍ਰਸਥੀ ਵੀ ਹਿੰਦੀ ਦਾ ਸ਼ਬਦ ਹੈ, ਪੰਜਾਬੀ ਦਾ ਨਹੀਂ ਹੈ। ਗ੍ਰਹਿ ਤੋਂ ਬਣੇ ਗ੍ਰਸਥੀ। ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ। ਘਰ 'ਚ ਹੈ ਤਾਂ ਵੀ ਸਹਿਜ ਅਵਸਥਾ 'ਚ ਰਹਿੰਦਾ, ਬਾਹਰ ਹੈ ਤਾਂ ਵੀ ਸਹਿਜ ਅਵਸਥਾ 'ਚ ਰਹਿੰਦਾ। ਸਹਿਜੇ ਦੁਬਿਧਾ ਤਨ ਕੀ ਨਾ ਸੀ। ਸਹਿਜ ਸੁਭਾਅ ਦੇ ਅੰਦਰ ਜਿਹੜੀ ਦੁਬਿਧਾ ਹੈ, ਦੋ ਪ੍ਰਕਾਰ ਦੇ ਵਿਚਾਰ ਪੈਦਾ ਹੋ ਜਾਣ, ਇਹ ਦੁਬਿਧਾ ਹੁੰਦੀ। ਤਾਂ ਹੀ ਕਹਿੰਦੇ ਦੁਬਿਧਾ ਮੇਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਕਦੇ ਤਾਂ ਮਾਇਆ ਵਾਲੇ ਪਾਸੇ ਤੁਰ ਪੈਂਦਾ ਹੈ, ਫਿਰ ਖਿਆਲ ਯਾਰ ਨਹੀਂ, ਕਹਿੰਦੇ ਰੱਬ ਵਾਲਾ ਪਾਸਾ ਬੜਾ ਵਧੀਆ, ਫਿਰ ਉੱਧਰ ਨੂੰ ਤੁਰਦਾ ਹੈ। ਕੋਈ ਦੇਰ ਬਾਅਦ ਕਿ ਨਹੀਂ ਯਾਰ ਮਾਇਆ ਵਾਲਾ ਪਾਸਾ ਚੰਗਾ, ਬਸ ਐਂ ਹੀ ਸਾਰੀ ਉਮਰ ਧੱਕੇ ਥੋੜ੍ਹੇ ਜਿਹੇ ਖਾਂਦਾ, ਇੱਕ ਪਾਸੇ ਨਹੀਂ ਤੁਰਦਾ, ਇੱਕ ਪਾਸੇ ਨਹੀਂ ਤੁਰਦਾ, ਦੁਬਿਧਾ ਹੈ। ਮੰਨ ਲਓ ਕੋਈ ਮੇਰੇ ਕੋਲ ਆਇਆ, ਮੈਂ ਉਹਨੂੰ ਪਾਠ ਦੇ ਤਾ ਕਿ ਲੈ ਤੂੰ ਪਾਠ ਕਰ, ਤੇਰੀ ਬਿਮਾਰੀ ਦੂਰ ਹੋ ਜਾਏਗੀ। ਰਾਜ ਕੋਈ ਮਿਲ ਜਾਂਦਾ, ਉਹ ਪਾਠ ਕਰਨ ਨਾਲ ਕਦੇ ਬਿਮਾਰੀਆਂ ਦੂਰ ਹੁੰਦੀਆਂ। ਬਾਬੇ ਤਾਂ ਆਪ ਭੱਜਦੇ ਹਸਪਤਾਲ ਦਾਖਲ ਰਹੇ ਨੇ, ਉਹ ਨਾ ਕਰਕੇ ਪੜ੍ਹ ਕਰਕੇ ਬਿਮਾਰੀ ਦੂਰ ਕਰ ਲੈਂਦੇ। ਜੈਲ ਉਹਦੇ ਅੰਦਰ ਦੁਬਿਧਾ ਪੈਦਾ ਹੋ ਗਈ, ਉਹਦੇ ਅੰਦਰ ਦੁਬਿਧਾ ਪੈਦਾ ਹੋ ਗਈ। ਪਾਠ ਕਰਾਂ ਕਿ ਨਾ, ਪਾਠ ਕਰਨਾ ਪਤਾ ਨਹੀਂ ਮੇਰਾ ਕੰਮ ਹੋਏਗਾ ਕਿ ਨਹੀਂ ਹੋਏਗਾ, ਬਸ ਉਹ ਕਿਸੇ ਪਾਸੇ ਨਹੀਂ ਲੱਗਦਾ ਹੈ, ਹੁਣ ਤਾਂ ਦੁਬਿਧਾ ਪੈਦਾ ਹੋ ਗਈ। ਦਸਮ ਪਾਤਸ਼ਾਹ ਮਾਲਵੇ ਦੇ ਇਲਾਕੇ 'ਚ ਲੰਘ ਰਹੇ ਨੇ, ਇੱਕ ਬੜਾ ਸਿੱਖ ਪਰਿਵਾਰ ਜਿਹੜਾ 6ਵੇਂ ਪਾਤਸ਼ਾਹ ਅਤੇ ਗੁਰੂ ਮਹਾਰਾਜ ਦਾ ਸ਼ਰਧਾਲੂ ਸੀ, ਉਹਨਾਂ ਨੇ ਬੇਨਤੀ ਕੀਤੀ ਸਾਡੇ ਠਹਿਰੋ ਜੀ ਕੋਈ ਦਿਨ। ਗੁਰੂ ਮਹਾਰਾਜ ਉੱਥੇ ਠਹਿਰ ਗਏ। ਗੁਰੂ ਮਹਾਰਾਜ ਸੇਵਾ 'ਤੇ ਬੜੇ ਖੁਸ਼ ਹੋਏ, ਕਹਿੰਦੇ ਲੈ ਵੀ ਗੁਰਮੁਖਾ ਆਹ ਲੈ ਸਾਡਾ ਚੋਲਾ, ਸਵੇਰੇ ਨਹਾ ਧੋ ਕੇ ਸਾਡਾ ਚੋਲਾ ਪਾ ਲਈ, ਘੋੜੇ 'ਤੇ ਚੜ੍ਹ ਜੇ, ਜਦੋਂ ਸੂਰਜ ਨਿਕਲੇ ਇੱਕ ਆਪਣਾ ਘੋੜਾ ਭਜਾ ਲਈ ਜਿਵੇਂ ਮਰਜ਼ੀ, ਕਿ ਦਿਨ ਛਿਪਣ ਦਾ ਜਿੱਥੋਂ ਤੱਕ ਘੋੜਾ ਫੇਰ ਲਿਆਵੇਂਗਾ
ਉੱਥੋਂ ਤੱਕ ਤੇਰਾ ਰਾਜ ਹੋ ਜਾਵੇਗਾ। ਬੜੀ ਖੁਸ਼ੀ ਹੋਈ ਹੈ। ਰਾਤ ਪਤਾ ਨਹੀਂ ਕਿਵੇਂ ਲੰਘੀ ਹੋਣੀ, ਅੱਲਾ ਜਾਣੇ। ਨਹਾ ਧੋ ਕੇ ਸਵੇਰੇ ਜੀ ਗੁਰੂ ਮਹਾਰਾਜ ਦਾ ਝੋਲਾ ਪਾ ਕੇ ਘੋੜੇ 'ਤੇ ਚੜ੍ਹ ਗਿਆ। ਦੇਖਿਆ ਵੀ ਇਹ ਉਹ ਸੂਰਜ ਨਿਕਲਾ ਹੈ, ਲੱਗਿਆ ਤੁਰਨ, ਅੱਗੋਂ ਮਾਮਾ ਟੱਕਰ ਗਿਆ। ਉਹ ਭਾਣਜੇ ਕਿੱਥੇ ਚੱਲੇ? ਕਹਿੰਦਾ ਮੈਨੂੰ 10ਵੇਂ ਪਾਤਸ਼ਾਹ ਨੇ ਕਿਹਾ ਆ ਸਾਡਾ ਝੋਲਾ ਪਾ ਲੈ ਅਤੇ ਜਿੱਥੋਂ ਤੱਕ ਘੋੜਾ ਫੇਰ ਲਿਆਏਗਾ ਤੇਰਾ ਰਾਜ ਹੋ ਜਾਏਗਾ। ਕਹਿੰਦੇ ਉਹ ਜਿਹਦਾ ਆਪ ਟੱਬਰ ਨਾ ਟੀਰ ਨਾ ਰਿਹਾ, ਆਪ ਘਰ ਨਾ ਰਿਹਾ, ਬਾਹਰ ਨਾ ਰਿਹਾ, ਜਿਹਦਾ ਕੁਛ ਵੀ ਨਹੀਂ ਇਸ ਸੰਸਾਰ 'ਚ ਰਿਹਾ, ਜੇ ਉਹ ਸ਼ਕਤੀਆਂ ਦਾ ਮਾਲਕ ਹੁੰਦਾ ਆਪ ਨਾ ਰਾਜ ਕਰ ਲੈਂਦਾ ਹੈ। ਉਹਦੇ ਅੰਦਰ ਦੁਬਿਧਾ ਪੈਦਾ ਹੋ ਗਈ। ਜੇ ਚਾਹਤੀ ਨਾ ਗੱਲ। ਹੁਣ ਜੇ ਗੁਰੂ ਨੂੰ ਨਾ ਕਰਦੇ ਤਾਂ ਵੀ ਠੀਕ, ਟੁੱਟੇ ਜੇ ਮਨ ਨਾਲ ਨੇੜੇ ਨੇੜੇ ਘੋੜਾ ਫੇਰ ਕੇ ਸ਼ਾਨ ਵਾਪਸ ਆ ਗਏ। ਗੁਰੂ ਮਹਾਰਾਜ ਕੇ ਬੜੀ ਛੇਤੀ ਆ ਗਏ, ਲੰਗੜੇ ਜਿਹਾ ਬਹਾਨਾ ਬਣਾਤਾ। ਗੁਰੂ ਮਹਾਰਾਜ ਕਹਿੰਦੇ ਅਸੀਂ ਤੈਨੂੰ ਰਾਜਾ ਬਣਾਉਣ ਲੱਗੇ ਸੀ, ਪਰ ਚਲੋ ਤੂੰ ਸਾਡੀ ਗੱਲ ਨਹੀਂ ਮੰਨੀ, ਜਾ ਤੂੰ ਜਾਗੀਰਦਾਰ ਹੋਏਗਾ। ਆ ਜਿਹੜੇ ਬਾਈਏ ਨੇ ਇਹ ਉਹਨਾਂ 'ਚੋਂ ਨੇ ਕਿ ਤੁਸੀਂ ਜਾਗੀਰਦਾਰ ਹੋਵੋਗੇ, ਰਾਜ ਨਹੀਂ ਤੁਹਾਨੂੰ ਮਿਲਦਾ ਕਿ ਤੁਸੀਂ ਗੱਲ ਮੰਨੀ ਨਹੀਂ। ਦੁਬਿਧਾ ਪੈਦਾ ਹੋ ਗਈ। ਦੁਬਿਧਾ ਮਨੁੱਖ ਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੀ। ਤੁਸੀਂ ਲਾਗੇ ਭਜਨ ਬੰਦਗੀ ਕਰਨ, ਚਲੋ ਸਤਸੰਗ ਦੀ ਭਜਨ ਬੰਦਗੀ ਲੱਗੇ, ਉਹ ਕੀ ਐਵੇਂ ਟੈ ਟੈ ਰਾਮ ਰਾਮ ਲਾਈਏ, ਕੀ ਪਿਆ ਇਹਦੇ 'ਚ? ਆਪਣੇ ਖਾ ਪੀ ਮੌਜ ਕਰ। ਨਾ ਰਾਤ ਨੂੰ ਵੇਲੇ ਸੇ ਜਾਗਣੇ, ਸਵੇਰੇ ਸਵੇਰੇ ਉੱਠੇ ਰਹਿੰਦੇ, ਬਾਲਟੀਆਂ ਖੜਕਾਉਂਦੇ ਰਹਿੰਦੇ ਨੇ। ਦੁਬਿਧਾ ਪੈਦਾ ਹੋ ਜਾਂਦੀ ਵੀ ਮੈਂ ਆਸਟ੍ਰੇਲੀਆ ਜਾਵਾਂ ਕਿ ਇੰਡੀਆ 'ਚ ਰਹਾਂ। ਮੈਂ ਕਈ ਵਾਰ ਕਹਿੰਦਾ ਮੈਂ ਇੱਥੇ ਤੁਹਾਨੂੰ ਅਮੀਰ ਕਰ ਦਿੰਦਾ, ਲੋੜ ਹੀ ਤੁਹਾਨੂੰ ਆਸਟ੍ਰੇਲੀਆ ਜਾਣ ਦੀ। ਉਹਨਾਂ ਨੂੰ ਮੇਰੀ ਗੱਲ 'ਤੇ ਵਿਸ਼ਵਾਸ ਹੀ ਨਹੀਂ ਆਉਂਦਾ ਵੀ ਇਹ ਬਾਬਾ ਸਾਨੂੰ ਕਿਵੇਂ ਅਮੀਰ ਕਰ ਦੇਣਗੇ। ਹਾਂਜੀ, ਆਸਟ੍ਰੇਲੀਆ ਜਾਵਾਂਗੇ, ਕੰਮ ਕਰਾਂਗੇ 14-14 ਘੰਟੇ, ਫਿਰ ਪੈਸਾ ਹੋਵੇਗਾ। ਬਾਣੀ ਨੇ ਤੁਹਾਨੂੰ ਗਰੀਬ ਰਹਿਣ ਹੀ ਨਹੀਂ ਦੇਣਾ। ਸਿਮਰਨ ਕਰਕੇ ਦੇਖ ਲਓ, ਜੋ ਵੀ ਤੁਸੀਂ ਕਾਰਜ ਕਰਦੇ ਹੋ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਏ। ਵਪਾਰ ਕਰਦੇ ਹੋ, 'ਚ ਵਾਧਾ ਹੋਣਾ ਸ਼ੁਰੂ ਹੋ ਜਾਏਗਾ। ਲੋਕ ਨਾ ਬਾਣੀ ਚੱਜ ਨਾ ਪੜ੍ਹਦੇ, ਨਾ ਸਿਮਰਨ ਕਰਦੇ, ਧੱਕੇ ਤੁਹਾਡੇ ਜਿਹੇ ਖਾਈ ਜਾਵੇ। ਕਿਉਂਕਿ ਤੁਸੀਂ ਜਿੱਥੇ ਵੀ ਜਾਓਗੇ ਤੁਹਾਡੀ ਕਿਸਮਤ ਨਾਲ ਜਾਣੀ ਹੈ। ਜੇ ਕਿਸਮਤ ਮਾੜੀ ਲਿਖਾ ਕੇ ਲਿਆ, ਕੋਈ ਆਸਟ੍ਰੇਲੀਆ ਕੈਨੇਡਾ ਤੁਹਾਡੀ ਕਿਸਮਤ ਚੰਗੀ ਨਹੀਂ ਕਰ ਸਕਦਾ। ਇਹ ਤਾਂ ਭਜਨ ਬੰਦਗੀ ਤੁਹਾਡੀ ਕਿਸਮਤ ਬਦਲੇਗੀ। ਆਮ ਕਹਾਵਤ ਹੈ ਜਿਹੜੇ ਘਰ ਭੁੱਖੇ ਲਾਹੌਰ ਵੀ ਭੁੱਖੇ। ਕਿਉਂ? ਕਿਸਮਤ ਲਾਹੌਰ ਚਲੀ ਗਈ, ਕਰੇਗਾ ਕੀ? ਬਾਣੀ ਪੜ੍ਹੋ, ਸਿਮਰਨ ਕਰੋ, ਆਪਣੀ ਕਿਸਮਤ ਵਧੀਆ ਬਣਾ ਲਓ। ਫਿਰ ਜਿੱਥੇ ਮਰਜ਼ੀ ਜਾਓ ਉੱਥੇ ਵਧੀਆ, ਉੱਥੇ ਮੌਜਾਂ ਨੇ। ਫਿਰ ਕਿਤੇ ਵੀ ਰਹੋ ਉੱਥੇ ਮੌਜਾਂ, ਉੱਥੇ ਲਹਿਰਾਂ ਬਹਿਰਾਂ ਹੋ ਜਾਣਗੀਆਂ। ਸੋ ਕਹਿੰਦੇ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ। ਜੇ ਘਰ 'ਚ ਨੇ ਤਾਂ ਵੀ ਸਹਿਜ ਅਵਸਥਾ 'ਚ ਨੇ, ਅਤੇ ਜੇ ਬਾਹਰ ਗਏ ਤਾਂ ਵੀ ਸਹਿਜ ਅਵਸਥਾ 'ਚ ਨੇ। ਸਹਿਜੇ ਦੁਬਿਧਾ ਤਨ ਕੀ ਨਾ ਸੀ। ਸਹਿਜੇ ਅੰਦਰ ਜੇ ਦੁਬਿਧਾ ਸੀ ਉਹ ਖਤਮ ਹੋ ਗਈ। ਉਹ ਇੱਕੋ ਪਾਸੇ ਪਰਮਾਤਮਾ ਵਾਲੇ ਪਾਸੇ ਲੱਗੇ ਹੋਏ ਹਨ। ਜਾ ਕੇ ਸਹਿਜ ਮਨ ਭਇਆ ਆਨੰਦ, ਤਾ ਕੋ ਭੇਟਿਆ ਪਰਮਾਨੰਦ। ਜਿਹਦੇ ਅੰਦਰ ਸਹਿਜ ਹੈ ਉਹਦੇ ਮਨ 'ਚ ਸਦਾ ਹੀ ਆਨੰਦ ਹੈ। ਉਹਦੇ ਮਨ 'ਚ ਸਦਾ ਹੀ ਆਨੰਦ ਹੈ। ਇਹੋ ਜਿਹੇ ਵਿਅਕਤੀ ਨੂੰ ਤਾ ਕਹੋ ਉਸ ਨੂੰ ਭੇਟਿਆ ਮਿਲਿਆ ਪਰਮਾਨੰਦ, ਪਰਮਾਤਮਾ। ਉਸ ਨੂੰ ਫਿਰ ਪਰਮਾਤਮਾ ਮਿਲ ਜਾਂਦਾ ਹੈ। ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ। ਸਹਿਜ ਕਥਾ ਮੈਂ ਆਤਮ ਰਸਿਆ, ਤਾਕੈ ਸੰਗ ਅਬਿਨਾਸੀ ਵਸਿਆ। ਜਿਹੜਾ ਸਹਿਜ ਅਵਸਥਾ 'ਚ ਰਹਿੰਦਾ ਹੈ, ਇਸ 'ਚ ਨਾਮ ਅੰਮ੍ਰਿਤ ਪੀਂਦਾ ਹੈ। ਨਾਮ ਅੰਮ੍ਰਿਤ ਪੀ ਕੇ ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ। ਸਹਿਜੇ ਕੀਨੋ ਜੀ ਕੋ ਦਾਨ, ਜੀ ਦਾਨ ਹੈ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਜੀ ਦਾਨ ਉਹਦਾ ਨਾਮ ਦਾਨ। ਸਹਿ ਸੁਭਾਈ ਉਹ ਨਾਮ ਦਾ ਦਾਨ ਕਰ ਦਿੰਦੇ ਨੇ। ਲੋਕਾਂ ਤੋਂ ਵੀ ਨਾਮ ਜਪਾਉਂਦੇ ਨੇ, ਆਪ ਵੀ ਜਪਦੇ ਨੇ, ਦੂਜਿਆਂ ਤੋਂ ਵੀ ਨਾਮ ਜਪਾਉਂਦੇ ਹਨ।
ਸਹਿਜ ਕਥਾ ਮੈਂ ਆਤਮ ਰਸਿਆ। ਉਹਨਾਂ ਦਾ ਜਿਹੜਾ ਮਨ ਹੈ ਪਰਮਾਤਮਾ ਦੀ ਸਿਫਤ ਸਲਾਹ 'ਚ ਲੱਗਾ ਰਹਿੰਦਾ ਹੈ, ਸਿਫਤ ਸਲਾਹ 'ਚ ਉਹਨੂੰ ਰਸ ਆਉਂਦਾ ਹੈ, ਲੱਗਾ ਰਹਿੰਦਾ। ਇਹੋ ਜਿਹੇ ਵਿਅਕਤੀ ਦੇ ਤਾਕੈ ਸੰਗ ਅਬਿਨਾਸੀ ਵਸਿਆ। ਇਹੋ ਜਿਹੇ ਨਾਲ ਪਰਮਾਤਮਾ ਵਸਦਾ ਹੈ। ਸਹਿਜੇ ਆਸਨ ਅਸਥਿਰ ਭਾਇਆ, ਸਹਿਜੇ ਅਨਹਤ ਸ਼ਬਦ ਵਜਾਇਆ, ਸਹਿਜੇ ਰੁਣ ਚੁਣਕਾਰ ਸੁਹਾਇਆ, ਤਾਕੇ ਕਰ ਪਾਰ ਬ੍ਰਹਮ ਸਮਾਇਆ। ਸਹਿਜ ਸਵਾਜ ਦਾ ਆਸਣ ਸਥਿਰ ਹੋ ਜਾਂਦਾ ਹੈ। ਇੱਥੇ ਆਸਣ ਤਾਂ ਪਾਵੇ ਮਨ, ਸਹਿਜ ਸਵਾਜ ਉਹਦਾ ਮਨ ਅਡੋਲ ਹੋ ਜਾਂਦਾ ਹੈ। ਸਹਿਜੇ ਅਨਹਤ ਸ਼ਬਦ ਵਜਾਇਆ, ਸਹਿਜ ਸਵਾਈ ਉਹਦੇ ਅੰਦਰ ਅਨਹਦ ਨਾਦ ਵੱਜਣਾ ਸ਼ੁਰੂ ਹੋ ਜਾਂਦਾ ਹੈ। ਅਨਹਦ ਸ਼ਬਦ ਦਾ ਅਨਹਦ ਨਾਦ, ਰੱਬੀ ਸੰਗੀਤ ਉਹਦੇ ਅੰਦਰ ਵੱਜਣਾ ਸ਼ੁਰੂ ਹੋ ਜਾਂਦਾ ਹੈ। ਸਹਿਜੇ ਰੁਣ ਚੁਣਕਾਰ ਸੁਹਾਇਆ, ਸਹਿਜੇ ਹੀ ਉਹਦੇ ਅੰਦਰ ਬੜੀ ਮਿੱਠੀ ਅਤੇ ਮੱਧਮ ਆਵਾਜ਼ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਰੁਣ ਚੁਣਕਾਰ ਹੁੰਦਾ ਹੈ ਮਿੱਠੀ ਅਤੇ ਮੱਧਮ ਆਵਾਜ਼ ਦੇ ਵਿੱਚ ਕਿਸੇ ਚੀਜ਼ ਨੂੰ ਗਾਉਣਾ। ਉਹਦੇ ਅੰਦਰੋਂ ਮਿੱਠੀ ਅਤੇ ਮੱਧਮ ਆਵਾਜ਼ 'ਚ ਪਰਮਾਤਮਾ ਦੇ ਨਾਮ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ। ਤਾਕੈ ਘਰ ਪਾਰ ਬ੍ਰਹਮ ਸਮਾਇਆ। ਇਹੋ ਜਿਹੇ ਘਰ ਦੇ ਵਿੱਚ ਭਾਵ ਹਿਰਦੇ ਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ। ਸਹਿਜੇ ਜਾ ਕੋ ਪਰਿਓ ਕਰਮ, ਸਹਿਜੇ ਗੁਰ ਭੇਟਿਓ ਸਚ ਧਰਮ, ਜਾ ਕੇ ਸਹਿਜ ਭਇਆ ਸੋ ਜਾਣੈ, ਨਾਨਕ ਦਾਸ ਤਾਕੈ ਕੁਰਬਾਨ। ਸਹਿਜੇ ਜਾ ਕੋ ਪਰਿਓ ਕਰਮ, ਕਰਮ ਹੁੰਦੀ ਬਖਸ਼ਿਸ਼। ਸਹਿਜੇ ਹੀ ਜਿਸ 'ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਸਹਿਜੇ ਗੁਰ ਭੇਟਿਓ ਸੱਚ ਧਰਮ, ਜਿਹਨੂੰ ਸਹਿਜੇ ਹੀ ਪਰਮਾਤਮਾ ਗੁਰੂ ਮਿਲ ਪੈਂਦਾ ਹੈ। ਸੱਚ ਧਰਮ ਦਾ ਨਾਮ ਜਪਣ ਦਾ ਕਰਮ, ਉਹ ਸਹਿਜੇ ਹੀ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਜਾ ਕੇ ਸਹਿਜ ਭਇਆ ਸੋ ਜਾਣੈ। ਹਾਂ, ਜਿਹਦੇ ਅੰਦਰ ਸਹਿਜ ਅਵਸਥਾ ਪੈਦਾ ਹੋ ਜਾਏ ਨਾ, ਅਸਲ ਉਹੀ ਇਸ ਨੂੰ ਜਾਣਦਾ ਹੈ। ਆਪਾਂ ਪੜ੍ਹ ਰਹੇ ਹਾਂ, ਕਥਾ ਕਰ ਰਹੇ ਹਾਂ, ਅਸਲ ਉਦੋਂ ਆਨੰਦ ਆਵੇਗੀ ਜੋ ਸਾਡੇ ਅੰਦਰ ਸਹਿਜ ਅਵਸਥਾ ਪੈਦਾ, ਫਿਰ ਸਾਰੀ ਚੀਜ਼ ਚੰਗੀ ਤਰ੍ਹਾਂ ਸਮਝ ਆ ਜਾਏਗੀ ਵੀ ਸਹਿਜ ਅਵਸਥਾ ਕਹਿੰਦੀ ਕਿਹਨੂੰ ਨੇ। ਤਾਂ ਕਹਿੰਦੇ ਨੇ ਜਾ ਕੇ ਸਹਿਜ ਭਇਆ ਸੋ ਜਾਣਾ। ਜਿਹਦੇ ਅੰਦਰ ਸਹਿਜ ਅਵਸਥਾ ਪੈਦਾ ਹੋ ਗਿਆ, ਅਸਲ 'ਚ ਉਹੀ ਇਸ ਅਵਸਥਾ ਨੂੰ ਜਾਣਦਾ ਹੈ। ਨਾਨਕ ਤਾਕੈ, ਨਾਨਕ ਦਾਸ ਤਾਕੈ ਕੁਰਬਾਨ। ਗੁਰੂ ਮਹਾਰਾਜ ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਕਿਸ ਤੋਂ? ਸਹਿਜੇ ਜਾ ਕੋ ਪਰਿਓ ਕਰਮ। ਸਹਿਜੇ ਜਿਸ 'ਤੇ ਪਰਮਾਤਮਾ ਦੀ ਕਿਰਪਾ ਹੋ ਗਈ। ਸਹਿਜੇ ਗੁਰ ਭੇਟਿਓ ਸੱਚ ਧਰਮ, ਜਿਹਨੂੰ ਸਹਿਜੇ ਹੀ ਗੁਰੂ ਪ੍ਰਾਪਤ ਹੋ ਗਿਆ ਹੈ, ਜਿਹੜਾ ਸਹਿਜੇ ਹੀ ਪਰਮਾਤਮਾ ਦਾ ਨਾਮ ਜਪਦਾ ਹੈ। ਜਦੋਂ ਕਿਸੇ ਨੂੰ ਸਹਿਜ ਅਵਸਥਾ ਪੈਦਾ ਹੋ ਜਾਏ ਤਾਂ ਹੀ ਉਹ ਸਹਿਜ ਅਵਸਥਾ ਨੂੰ ਜਾਣਦਾ ਹੈ। ਅਤੇ ਗੁਰੂ ਮਹਾਰਾਜ ਕਹਿੰਦੇ ਉਹ ਵਿਅਕਤੀ ਜਿਹਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ ਹੈ, ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਸਹਿਜੇ ਜਾ ਕੋ ਪਰਿਓ ਕਰਮ, ਸਹਿਜੇ ਜਾ ਕੋ ਪਰਿਓ ਕਰਮ, ਸਹਿਜੇ ਜਾ ਕੋ ਕਰਮ, ਸਹਿਜੇ ਜਾ ਕੋ ਸਹਿਜੇ ਗੁਰ ਭੇਟਿਓ ਸਚ ਧਰਮ, 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 ਜਾ ਕੇ ਸਹਿਜ ਭਇਆ ਸੋ ਜਾਣੈ, ਜਾ ਕੇ ਸਹਿਜ ਭਇਆ ਸੋ ਜਾਣੈ, ਜਾ ਕੇ ਸਹਿਜ ਭਇਆ ਸੋ ਜਾਣੈ,
ਸਹਿਜ ਸੋ ਜਾਣ। ਨਾਨਕ ਦਾਸ ਤਾਕੈ ਕੁਰਬਾਨ। ਨਾਨਕ ਦਾਸ ਤਾਕੈ ਕੁਰਬਾਨ। ਇੱਕ ਜੇ ਕਹਿ ਰਿਹਾ ਤਾਂ ਕਹਿ, ਹਟਦੇ ਨਹੀਂ ਹੈਗੇ। ਤਾਂ ਕਹਿ ਕੋਈ ਵੀ ਨਾ ਪੰਜਾਬੀ ਦੇ ਨਾ ਹਿੰਦੀ ਦਾ ਹੈ। ਤਾਂ ਕਹਿ ਸ਼ਬਦ ਨਾ ਪੰਜਾਬੀ ਦੇ ਨਾ ਹਿੰਦੀ ਦਾ ਹੈ। ਤਾ ਕਹਿ ਹੈ ਉਸ ਦੇ। ਨਾਨਕ ਦਾਸ ਦਾਸ ਨਾਨਕ ਤਾ ਕਹਿ ਉਸ ਦੇ ਕੁਰਬਾਨੇ, ਉਸ ਤੋਂ ਕੁਰਬਾਨ ਜਾਂਦਾ ਹੈ। ਤਾਂ ਕਹਿ ਨਹੀਂ ਪੜ੍ਹਨਾ। ਇਹ ਤੁਹਾਡਾ ਇਕੱਲਾ ਕਸੂਰ ਨੇ। ਕਿਆ ਪਾਠੀ, ਕਿਆ ਕੀਰਤਨੀ, ਕਿਆ ਕਥਾਕਾਰ, ਤਾਂ ਕਈ ਕਹਿੰਦੇ ਨੇ। ਜਿਹੜੇ ਕਹਿੰਦੇ ਨੇ ਜਿਵੇਂ ਲਿਖੇ ਉਵੇਂ ਪੜ੍ਹਨਾ, ਉਹਨੂੰ ਵੀ ਤਾਂ ਕੇ ਕਹਿੰਦੇ ਨੇ। ਹੁਣ ਬਿੰਦੀ ਕਿੱਥੋਂ ਆ ਗਈ ਵੇ? ਜਿਹੜੇ ਇਹ ਕਹਿੰਦੇ ਨੇ ਜਿਵੇਂ ਲਿਖਿਆ ਜੀ ਉਵੇਂ ਪੜ੍ਹਦੇ ਮੈਂ, ਉਹਨਾਂ ਤੋਂ ਵੀ ਤਾਂ ਕੇ ਸੁਣਿਆ ਹੋਇਆ ਹੈ। ਉਹਨਾਂ ਤੋਂ ਤਾਂ ਕੇ ਸੁਣਿਆ ਮੈਂ। ਜਿਹੜੇ ਆ ਟਕਸਾਲਾਂ ਤੋਂ ਪੜ੍ਹਦੇ ਅਤੇ ਕਹਿੰਦੇ ਨਹੀਂ ਜੀ ਦੇਦਾ ਦੇ ਲਹਿਦੇ ਤੱਕ ਬੋਲਣਾ ਹੈ, ਉਹ ਵੀ ਤਾਂ ਕੇ ਬੋਲਦੇ ਨੇ। ਉਹ ਤਾਂ ਹੁਣ ਕਿੱਥੋਂ ਬਿੰਦੀ ਆ ਗਈ ਬਈ? ਫਿਰ ਜਿਵੇਂ ਲਿਖਿਆ ਉਵੇਂ ਪੜ੍ਹਨਾ। ਫਿਰ ਪੜ੍ਹੋ ਏਕ ਓਂਕਾਰ ਸਤੀ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੂ ਅਕਾਲ ਮੂਰਤੀ ਅਜੂਨੀ ਸੈਭੰ ਗੁਰ ਪ੍ਰਸਾਦੀ। ਜਪੂ ਸੱਚ ਸੱਚੀ ਨਾਮ ਆ ਸੱਚ ਜੁਗਾ ਸੱਚ ਪੜ੍ਹ ਬੋਲੀ ਜਾ। ਉਸ ਤਰ੍ਹਾਂ ਹੋ ਹੀ ਨਹੀਂ ਸਕਦਾ। ਸੰਸਾਰ ਦੀ ਕੋਈ ਵੀ ਜ਼ਬਾਨ ਜਿਵੇਂ ਲਿਖੀ ਹੋਈ ਹੈ ਉਵੇਂ ਪੜ੍ਹੀ ਹੀ ਨਹੀਂ ਜਾ ਸਕਦੀ। ਗੁਰਬਾਣੀ ਲਿਖੇ ਪੱਪਾ ਹਾਹਾ ਲੱਲੇ ਨੂੰ ਕਰਨਾ, ਕੀ ਬੋਲੋਗੇ ਬਈ? ਕਿਸੇ ਪੁੱਛੋ, ਉਹਨਾਂ ਨੂੰ ਪੁੱਛੋ, ਕਹਿਣਗੇ ਪਹਿਲਾ। ਹੁਣ ਪੁੱਛੋ ਦਲਾਵਾਂ ਕਿੱਥੋਂ ਆ ਗਈ? ਦਲਾਵਾਂ ਤਾਂ ਲੱਗੀ ਹੀ ਨਹੀਂ। ਜਦ ਬੋਲ ਪਹਿਲਾ, ਜਦ ਬੋਲ ਪਹਿਲਾ, ਸਾਰੇ ਬੋਲਦੇ ਪਹਿਲਾ। ਕੋਈ ਵੀ ਜ਼ਬਾਨ, ਚਾਹੇ ਅੰਗਰੇਜ਼ੀ ਹੈ, ਹਿੰਦੀ ਹੈ, ਪੰਜਾਬੀ ਹੈ, ਕੋਈ ਅਰਬੀ ਫਾਰਸ, ਜਿਵੇਂ ਲਿਖੀ ਹੋਵੇ ਨਹੀਂ ਬੋਲੀ ਜਾਇਆ ਕਰਦੀ ਹੁੰਦੀ ਹਨ। ਵਿਆਕਰਨ ਐਵੇਂ ਨਹੀਂ ਬਣੀਆਂ ਹੋਈਆਂ। ਸਭ ਤੋਂ ਪਹਿਲੀ ਵਿਆਕਰਨ ਪਾਣਿਨੀ ਹੋਇਆ, ਅੱਜ ਤੋਂ 2300-2400 ਸਾਲ ਪਹਿਲਾਂ। ਉਹਨੇ ਵੇਦਾਂ ਦੀ ਵਿਆਕਰਨ ਲਿਖੀ ਸੀ। ਕਿਉਂ? ਸਮਾਂ ਪਾ ਕੇ ਲੋਕਾਂ ਨੂੰ ਵੇਦ ਸਮਝਣੋਂ ਹੀ ਹਟ ਗਏ, ਸਮਝ ਨਹੀਂ ਸੀ ਹੁੰਦੀ। ਫਿਰ ਉਹਨੇ ਬੜੇ ਸਾਲ ਲਾ ਕੇ ਵਿਆਕਰਨ ਤਿਆਰ ਕੀਤੇ, ਤਾਂ ਜਾ ਕੇ ਲੋਕਾਂ ਨੂੰ ਵੇਦਾਂ ਦੀ ਸਮਝ ਆਉਣ ਲੱਗੀ ਅਤੇ ਪੜ੍ਹਨਾ ਆਉਣ ਲੱਗਾ। ਸਭ ਤੋਂ ਪਹਿਲੇ ਵਿਆਕਰਨ ਉਸ ਬੰਦੇ ਨੇ ਲਿਖੀ ਸੀ। ਔਰ ਸਾਰੀਆਂ ਜ਼ਬਾਨਾਂ ਦੀ ਵਿਆਕਰਨ ਹੁੰਦੀ ਹੈ, ਚਾਹੇ ਇੰਗਲਿਸ਼ ਹੈ, ਹਿੰਦੀ ਹੈ, ਪੰਜਾਬੀ ਹੈ, ਵਿਆਕਰਨ ਹੁੰਦੀ। ਵਿਆਕਰਨ ਤੋਂ ਬਿਨਾਂ ਤਾਂ ਜ਼ਬਾਨ ਚੱਲ ਹੀ ਨਹੀਂ ਸਕਦੀ ਹੈਗੀ। ਇਸ ਲਈ ਜਿਵੇਂ ਲਿਖਿਆ ਉਵੇਂ ਕਦੇ ਵੀ ਨਹੀਂ ਪੜ੍ਹਿਆ ਜਾ ਸਕਦਾ ਹੈਗਾ, ਅਤੇ ਨਾ ਇਹਨਾਂ ਬਹਿਸਾਂ 'ਚ ਪੈਣਾ। ਜਿਵੇਂ ਕਿਸੇ ਦੀ ਮਰਜ਼ੀ ਪੜ੍ਹੀ ਜੋ ਪਈ ਹਨ। ਸੋ ਗੁਰੂ ਮਹਾਰਾਜ ਕਹਿੰਦੇ ਗੌੜੀ ਮਹਿਲਾ ਪੰਜਵਾਂ। ਪ੍ਰਥਮੇ ਗਰਭ ਵਾਸਤੇ ਟਰਿਆ, ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ। ਭੋਜਨ ਅਨਕ ਪ੍ਰਕਾਰ ਬਹੁ ਕਪਰੇ, ਸਰ ਪਰ ਗਵਨ ਕਰਹਿੰਗੇ ਬਪਰੇ। ਸਭ ਤੋਂ ਪਹਿਲਾਂ ਮਨੁੱਖ ਮਾਤਾ ਦੇ ਪੇਟ 'ਚੋਂ ਬਾਹਰ ਆਇਆ। ਫਿਰ ਕੀ ਹੋਇਆ? ਪੁੱਤਰ ਕਲੱਤਰ ਪਤਨੀ ਨੂੰ ਕਹਿੰਦੇ ਆ, ਕੁਟੰਬ ਪਰਿਵਾਰ ਨੂੰ ਕਹਿੰਦੇ ਆ। ਸੰਗ ਹੁੰਦਾ ਨਾਲ, ਜੁੜਿਆ ਮੈਨੇ ਜੁੜ ਗਿਆ। ਫਿਰ ਉਹ ਪੁੱਤਰਾਂ ਨਾਲ, ਪਤਨੀ ਨਾਲ, ਪਰਿਵਾਰ ਨਾਲ ਜੁੜ ਗਿਆ। ਭੋਜਨ ਅਨੇਕ ਪ੍ਰਕਾਰ ਬਹੁ ਕਪੜੇ, ਕਿੰਨੇ ਪ੍ਰਕਾਰ ਦੇ ਭੋਜਨ ਖਾਂਦਾ ਹੈ, ਕਿੰਨੇ ਪ੍ਰਕਾਰ ਦੇ ਕੱਪੜੇ ਪਾਉਂਦਾ ਹੈ। ਪਰ ਗੁਰੂ ਮਹਾਰਾਜ ਸਰ ਪਰ ਹਰ ਹਾਲਤ ਵਿੱਚ, ਸਰ ਪਰ ਦਾ ਹੁੰਦਾ ਹਰ ਹਾਲਤ ਵਿੱਚ, ਗਵਨ ਕਰਨਗੇ ਬਪਰੇ। ਇਹ ਵਿਚਾਰੇ ਹਰ ਹਾਲਤ ਇਸ ਸੰਸਾਰ 'ਤੇ ਚਲੇ ਜਾਣਗੇ, ਭਾਵੇਂ ਇੱਥੇ ਕਿਸੇ ਨਹੀਂ ਰਹਿਣਾ। ਜਿਹੜਾ ਵੀ ਇੱਕ ਵਾਰੀ ਪੈਦਾ ਹੋ ਗਿਆ ਹੈ ਉਹਨੇ ਕਿਸੇ ਨੇ ਨਹੀਂ ਇੱਥੇ ਰਹਿਣਾ, ਤਾਂ ਜਾਣਾ ਹੀ ਜਾਣਾ। ਕਵਨ ਅਸਥਾਨ ਜੋ ਕਬੂ ਨਾ ਟਰੈ, ਕਵਨ ਸ਼ਬਦ ਜਿਤ ਦੁਰਮਤ ਹਿਰੈ। ਉਹ ਕਿਹੜਾ ਥਾਂ ਹੈ, ਉਹ ਕਿਹੜੀ ਅਵਸਥਾ ਹੈ? ਟਰਿਆ ਹੁੰਦਾ ਟਲਣਾ, ਜਿਹੜੀ ਕਦੇ ਟਲਦੀ ਹੀ ਨਹੀਂ ਹੈ। ਉਹ ਕਿਹੜੀ ਅਵਸਥਾ ਹੈ ਜਿਹੜੀ ਸਦਾ ਰਹਿੰਦੀ ਹੈ?
ਕਵਰ ਸ਼ਬਦ ਜਿਤ ਦੁਰਮਤ ਹਿਰੈ, ਉਹ ਕਿਹੜਾ ਸ਼ਬਦ ਹੈ ਜਿਸ ਦੇ ਅੰਦਰ ਭੈੜੀ ਮਤ ਖਤਮ ਹੋ ਜਾਵੇ? ਉਹ ਕਿਹੜਾ ਸ਼ਬਦ ਹੈ? ਉਹ ਕਿਹੜਾ ਥਾਂ ਹੈ ਜਿਹੜਾ ਟਲਦਾ ਨਹੀਂ? ਉਹ ਕਿਹੜੀ ਅਵਸਥਾ ਜਿਹੜੀ ਕਦੇ ਟਲਦੀ ਨਹੀਂ ਰਹਿੰਦੀ ਹੈ? ਉਹ ਹੈ ਬ੍ਰਹਮ ਗਿਆਨ ਦੀ ਅਵਸਥਾ। ਬ੍ਰਹਮ ਗਿਆਨ ਦੀ ਅਵਸਥਾ ਇੱਕ ਵਾਰੀ ਪ੍ਰਾਪਤ ਹੋ ਜਾਏ, ਉਹ ਨਹੀਂ ਬਦਲਿਆ ਕਰਦੀ, ਉਹ ਹਮੇਸ਼ਾ ਰਹਿੰਦੀ ਹੈ। ਉਹ ਕਿਹੜਾ ਸ਼ਬਦ ਹੈ ਜਿਸ ਨਾਲ ਦੁਰਮਤ ਖਤਮ ਹੋ ਜਾਏ? ਉਹ ਪਰਮਾਤਮਾ ਦਾ ਨਾਮ ਹੈ, ਉਹ ਗੁਰਮੰਤਰ ਹੈ। ਪਰਮਾਤਮਾ ਦੇ ਨਾਮ ਨਾਲ ਅੰਦਰ ਦੁਰਮਤ ਖਤਮ ਹੋ ਜਾਂਦੀ ਹੈ। ਫਿਰ ਅੱਗੇ ਕਹਿੰਦੇ, ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, शिवपुरी का होएगा काला, त्रै गुण माया बिनस पिताला। इंद्रपुरी जिन्नियां 14 पुरियां हिंदू धर्म अनुसार 14 पुरियां ने। इंद्रपुरी है, विष्णुपुरी है, शिवजीपुरी है, ब्रह्मापुरी है, इस तरह बड़ियां पुरियां ने। इंद्रपुरी में सर पर मरना, ਜਿਹੜਾ ਵੀ ਇੰਦਰਪੁਰੀ 'ਚ ਰਹਿੰਦਾ ਉਹਨੇ ਹਰ ਹਾਲ 'ਚ ਮਰਨਾ ਹੀ ਮਰਨਾ, ਸਦਾ ਨਹੀਂ ਰਹਿਣਾ। ਸਵਰਗ 'ਚ ਚਲੇ ਗਏ ਤੁਸੀਂ, ਸਦਾ ਨਹੀਂ ਰਹਿਣਾ ਉੱਥੇ। ਜਿੰਨੇ ਸਾਲਾਂ ਲਈ ਸਵਰਗ ਮਿਲਿਆ ਹੈ ਬਸ ਉਹ ਦੁਬਾਰਾ ਮਰ ਜਾਣਾ ਹੈ ਅਤੇ ਫਿਰ ਤੇ ਆਈ ਜਾਣਾ ਸੰਸਾਰ 'ਤੇ। ਇੰਦਰਪੁਰੀ ਮੈਂ ਸਰ ਪਰ ਮਰਨਾ, ਸਰ ਪਰ ਹੁੰਦਾ ਹਰ ਹਾਲ 'ਤੇ। ਚਾਹੇ ਕੋਈ ਇੰਦਰਪੁਰੀ 'ਚ ਰਹਿੰਦਾ ਹੈ ਉਹਨੇ ਵੀ ਮਰਨਾ ਹੀ ਮਰਨਾ। ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਕੋਈ ਬ੍ਰਹਮਪੁਰੀ 'ਚ ਰਹਿੰਦਾ ਉਹਨੇ ਵੀ ਸਦਾ ਨਹੀਂ ਰਹਿਣਾ, ਕਿਉਂਕਿ ਬ੍ਰਹਮਪੁਰੀ ਨੇ ਆਪ ਹੀ ਖਤਮ ਹੋ ਜਾਣਾ। ਸ਼ਿਵਪੁਰੀ ਦਾ ਹੋਏਗਾ ਕੱਲ, ਜਿਹੜਾ ਸ਼ਿਵਪੁਰੀ 'ਚ ਰਹਿੰਦਾ, ਸ਼ਿਵ ਜੀ ਦੀ ਪੁਰੀ 'ਚ ਰਹਿੰਦਾ, ਉਹਦੇ ਵੀ ਕਾਲ ਆ ਜਾਣਾ, ਉਹਦੀ ਵੀ ਮੌਤ ਹੋ ਜਾਣੀ ਹੈ। ਤ੍ਰੈ ਗੁਣ ਮਾਇਆ ਬਿਨਸ ਪਿਤਾਲਾ, ਜੋ ਵੀ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੈ ਉਹਨੇ ਬਿਨਸਣਾ ਹੀ ਹੈ। ਬਿਤਾਲਾ ਹੁੰਦਾ ਅਗਿਆਨੀ, ਮਾਇਆ ਦੇ ਤਿੰਨਾਂ ਗੁਣਾਂ 'ਚ ਰਹਿਣ ਵਾਲਾ ਬੰਦਾ ਅਗਿਆਨੀ ਹੈ, ਉਹਨੇ ਵੀ ਬਿਨਸਣਾ ਹੀ ਬਿਨਸਣਾ, ਉਹਨੇ ਮਰਨਾ ਹੀ ਮਰਨਾ ਹੈ। ਸਮਝਾਇਆ ਵੀ ਇੱਥੇ ਸਦਾ ਕਿਸੇ ਨੇ ਨਹੀਂ ਰਹਿਣਾ, ਚਾਹੇ ਕਿਸੇ ਵੀ ਪੁਰੀ 'ਚ ਰਹਿੰਦਾ ਹੈ। ਸਦਾ ਸਿਰਫ ਉਹਨੇ ਰਹਿਣਾ ਜਿਹੜਾ ਸੱਚਖੰਡ ਵਿੱਚ ਹੈ। ਸੱਚਖੰਡ 'ਚ ਜਿਹੜਾ ਇੱਕ ਵਾਰੀ ਚਲੇਗਾ ਉਹਨੇ ਸਦਾ ਰਹਿਣਾ, ਬਸ ਉਹ ਨਹੀਂ ਮਰਦਾ, ਉਹ ਸਦਾ ਹੀ ਰਹਿੰਦਾ ਹੈ। ਕਿਉਂਕਿ ਉੱਥੇ ਆਤਮਾਵਾਂ ਹੀ ਰਹਿੰਦੀਆਂ ਹਨ, ਉੱਥੇ ਸਰੀਰ ਨਹੀਂ ਰਹਿੰਦੇ। ਸਰੀਰ ਨਹੀਂ, ਆਤਮਾ ਰਹਿੰਦੀ ਹੈ, ਅਤੇ ਆਤਮਾ ਕਦੇ ਮਰਦੀ ਹੀ ਨਹੀਂ ਹੈ। ਆਤਮਾ ਨੂੰ ਤਾਂ ਅਮਰ ਗਿਣਿਆ ਗਿਆ ਧਰਮ ਦੇ ਵਿੱਚ। ਇਹ ਸਰੀਰ ਮਰਦੇ ਨੇ। ਹੁਣ ਤਾਂ ਧਰਮ ਕਹਿੰਦੇ ਨਾ ਕਿਛ ਜਨਮੇ ਨਾ ਕਿਛ ਮਰੇ, ਨਾ ਕੋਈ ਜੰਮਦਾ ਨਾ ਮਰਦਾ ਹੈ। ਅਸੀਂ ਸਿਰਫ ਆਪਣੇ ਚੋਲੇ ਬਦਲਦੇ ਹਾਂ। ਅਸੀਂ ਜੋ ਹਾਂ ਉਹ ਤਾਂ ਜਿਉਂਦੇ ਰਹਿੰਦੇ ਹਾਂ। ਅਸੀਂ ਆਪਣਾ ਸਰੀਰ ਇਹ ਚੋਲਾ ਛੱਡਤਾ, ਹੋਰ ਕੋਈ ਸਰੀਰ ਧਾਰਨ ਕਰ ਲਿਆ, ਅੜਕ ਫਲਾਣਾ ਮਰ ਗਿਆ ਜੀ। ਐਕਚੁਅਲੀ ਉਹ ਮਰਿਆ ਨਹੀਂ ਹੈ, ਹੋਰ ਜੂਨੀ ਚਲੇ ਗਿਆ ਬਸ। ਜਿਵੇਂ ਸਵੇਰੇ ਤੁਸੀਂ ਹੋਰ ਕੱਪੜੇ ਪਾਏ, ਰਾਤ ਨੂੰ ਤੁਸੀਂ ਉਹ ਕੱਪੜੇ ਲਾਹ ਕੇ ਦੂਜੇ ਪਾ ਲਏ, ਅਤੇ ਨਾ ਤੁਸੀਂ ਮਰੇ ਅਤੇ ਨਾ ਉਹ ਕੱਪੜੇ ਮਰੇ। ਇਸ ਲਈ ਇਹ ਮਨੁੱਖ ਜਿਹੜਾ ਹੈ ਚੋਲੇ ਬਦਲਦਾ ਰਹਿੰਦਾ ਹੈ, ਇਹ ਜੰਮਦਾ ਮਰਦਾ ਨਹੀਂ, ਆਤਮਾ ਅਮਰ ਹੈ। ਸੋ ਤਾਂ ਕਹਿੰਦੇ ਨੇ ਗਿਰ ਤਾਰ ਧਰਨ ਗਗਨ ਅਰ ਤਾਰੇ। ਗਿਰ ਪਹਾੜ ਨੂੰ ਕਹਿੰਦੇ ਗਿਰੀ, ਪਹਾੜ ਨੂੰ ਕਿ ਹਿੰਦੀ 'ਚ ਗਿਰੀ ਕਹਿੰਦੇ ਪਹਾੜ। ਤਰ ਤਰੂ ਦਰਖਤ ਨੂੰ ਕਹਿੰਦੇ ਹਨ। ਧਰਨ ਧਰਤੀ ਨੂੰ ਕਹਿੰਦੇ, ਗਗਨ ਆਕਾਸ਼ ਨੂੰ ਕਹਿੰਦੇ ਨੇ, ਅਰ ਮਨੇ ਅਤੇ ਤਾਰੇ। ਚਾਹੇ ਪਹਾੜ ਹੈ, ਚਾਹੇ ਤਾਰ ਦਰਖਤ ਹੈ, ਚਾਹੇ ਧਰਤੀ ਹੈ, ਚਾਹੇ ਆਕਾਸ਼ ਹੈ, ਚਾਹੇ ਤਾਰੇ ਨੇ। ਰੱਬ ਸੂਰਜ ਨੂੰ ਕਹਿੰਦੇ ਨੇ, ਸੱਸ ਚੰਦਰਮਾ ਨੂੰ ਕਹਿੰਦੇ ਨੇ। ਹਿੰਦੀ 'ਚ ਰਵੀ ਕਹਿੰਦੇ ਨੇ, ਚੰਦਰਮਾ ਸ਼ਸ਼ੀ ਕਹਿੰਦੇ। ਸਪੈਲਿੰਗ ਉਹੀ ਪਾਇਆ ਗੁਰਬਾਣੀ 'ਚ। ਹਿੰਦੀ ਵਾਲੀ ਸਪੈਲਿੰਗ ਰਵੀ ਬਾਬਰ ਨੇ ਸਿਆਰੀ ਪਾਈ ਹੋਈ ਹੈ, ਸ਼ਸ਼ੀ ਉਹੀ ਉਸ ਨਹੀਂ ਹੈ। ਪਰ ਗੁਰਬਾਣੀ ਨੂੰ ਸਪਾ ਬੋਲੇ ਰੱਬ ਸੱਸ ਪਵਨ ਹਵਾ ਪਾਵਕ ਅੱਗ ਨਿਰਾਰੇ ਨੀਰ ਪਾਣੀ ਨੂੰ ਕਹਿੰਦੇ ਨੇ। ਸੂਰਜ ਚੰਨ ਹਵਾ ਅੱਗ ਪਾਣੀ ਦਿਨ ਸਰੈਣ ਬਰਤ ਅਰ ਭੇਦਾ। ਦਿਨ
ਰਾਤ ਅਤੇ ਜਿਹੜੇ ਕਈ ਪ੍ਰਕਾਰ ਦੇ ਵਰਤ ਰੱਖਣ ਵਾਲੇ ਲੋਕ ਹਨ, ਉਹ ਸਾਸਤ ਸਿਮਰਤ ਬਿਨ ਸਹਿਗੇ ਬਿਦ, ਸ਼ਾਸਤਰਾਂ ਨੇ, ਸਿਮਰਤੀਆਂ ਨੇ, ਵੇਦਾਂ ਨੇ, ਇਹਨਾਂ ਸਾਰਿਆਂ ਨੇ ਇੱਕ ਦਿਨ ਬਿਨਸ ਜਾਣਾ ਹੈ। ਨਾ ਪਹਾੜਾਂ ਨੇ ਰਹਿਣਾ, ਨਾ ਦਰਖਤਾਂ ਨੇ ਰਹਿਣਾ, ਨਾ ਧਰਤੀ ਨੇ ਰਹਿਣਾ, ਨਾ ਆਕਾਸ਼ ਨੇ ਰਹਿਣਾ, ਨਾ ਤਾਰਿਆਂ ਨੇ ਰਹਿਣਾ, ਨਾ ਸੂਰਜ ਨੇ ਰਹਿਣਾ, ਨਾ ਚੰਦਰਮਾ ਨੇ ਰਹਿਣਾ, ਨਾ ਹਵਾ ਨੇ ਰਹਿਣਾ, ਨਾ ਅੱਗ ਨੇ ਰਹਿਣਾ, ਨਾ ਪਾਣੀ ਨੇ ਰਹਿਣਾ, ਨਾ ਦਿਨ ਨੇ ਰਹਿਣਾ, ਨਾ ਰਾਤ ਨੇ ਰਹਿਣਾ, ਨਾ ਹੀ ਸ਼ਾਸਤਰਾਂ ਨੇ ਰਹਿਣਾ, ਨਾ ਹੀ ਸਿਮਰਤੀਆਂ ਨੇ ਰਹਿਣਾ, ਨਾ ਹੀ ਵੇਦਾਂ ਨੇ ਰਹਿਣਾ। ਸਭ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਤੀਰਥ ਦੇਵ ਦੇਹਰਾ ਪੋਥੀ, ਤੀਰਥ ਸਥਾਨ, ਦੇਵ ਦੇਵਤੇ, ਦੇਹਰਾ ਮੰਦਰ, ਪੋਥੀ ਧਰਮ ਪੁਸਤਕਾਂ, ਮਾਲਾ ਤਿਲਕ ਜਿਹੜਾ ਮੱਥੇ ਤੇ ਲਾਉਂਦੇ ਨੇ ਉਹ, ਸੋਚ ਪਵਿੱਤਰ ਨੂੰ ਕਹਿੰਦੇ ਨੇ, ਪਾਕ ਰਸੋਈ ਨੂੰ ਕਹਿੰਦੇ ਨੇ, ਕਰੀ ਸੋਚ ਪਾਕ ਪਵਿੱਤਰ, ਸੋਚ ਪਵਿੱਤਰ ਨੂੰ ਕਹਿੰਦੇ ਨੇ, ਪਾਕ ਰਸੋਈ ਨੂੰ ਕਹਿੰਦੇ ਨੇ, ਹੋਤੀ ਜਿਹੜੇ ਆ ਹਵਨ ਕਰਦੇ ਨੇ ਉਹਨਾਂ ਨੂੰ ਹੋਤੀ ਕਹਿੰਦੇ ਨੇ, ਮਾਲਾ ਪਾਉਣ ਵਾਲਿਆਂ ਨੇ, ਤਿਲਕ ਲਾਉਣ ਵਾਲਿਆਂ ਨੇ, ਠੀਕ ਹੈ, ਪਵਿੱਤਰ ਰਸੋਈ ਬਣਾ ਕੇ ਖਾਣ ਵਾਲਿਆਂ ਨੇ, ਅਤੇ ਜਿਹੜੇ ਹਵਨ ਕਰਦੇ ਨੇ ਉਹਨਾਂ ਨੇ। ਧੋਤੀ ਡੰਡੌਤ ਪ੍ਰਸਾਦਨ ਭੋਗਾ, ਧੋਤੀ ਡੰਡੌਤ ਦਾ ਲੰਮੇ ਲੇਟ ਕੇ ਜਿਹੜਾ ਹੈ ਨਮਸਕਾਰ ਕਰਨਾ ਕਿਸੇ ਮੂਰਤੀ ਨੂੰ। ਪ੍ਰਸਾਦਨ ਹੁੰਦਾ ਭੋਜਨ, ਭੋਗਾ ਹੁੰਦਾ ਖਾਣਾ। ਨਾ ਕਦੇ ਧੋਤੀ ਪਾਉਣ ਵਾਲਿਆਂ ਨੇ ਰਹਿਣਾ, ਨਾ ਮੂਰਤੀਆਂ ਡੰਡੌਤਾਂ ਕਰਨ ਵਾਲਿਆਂ ਨੇ ਰਹਿਣਾ, ਅਤੇ ਨਾ ਵਧੀਆ ਵਧੀਆ ਭੋਜਨ ਖਾਣ ਵਾਲੇ ਅਤੇ ਭੋਗਾ ਭੋਗਣ ਵਾਲੇ ਨੇ ਰਹਿਣਾ। ਗਵਨ ਕਰੇਗੋ ਸਗਲੋ ਲੋਕ, ਸਾਰੇ ਲੋਕਾਂ ਨੇ ਇੱਥੋਂ ਚਲੇ ਜਾਣਾ ਹੈ, ਇੱਥੇ ਸਦਾ ਨਹੀਂ ਰਹਿਣਾ। ਜਾਤ ਵਰਨ ਤੁਰਕ ਅਰ ਹਿੰਦੂ, ਚਾਹੇ ਜਾਤਾਂ ਨੇ, ਵਰਨ ਚਾਹੇ ਰੰਗ ਨੇ, ਚਾਹੇ ਤੁਰਕ ਮੁਸਲਮਾਨ ਨੇ, ਚਾਹੇ ਹਿੰਦੂ ਨੇ। ਪਸ਼ੂ, ਇਹਨੂੰ ਪਸ਼ੂ ਨਹੀਂ ਪੜ੍ਹਨਾ, ਉਹ ਸੱਸੇ ਨੂੰ ਦਲੈਂਕੜ ਲੱਗੇ ਹੁੰਦੇ ਨੇ। ਜਦੋਂ ਸੱਸੇ ਨੂੰ ਦਲੈਂਕੜ ਲੱਗੇ ਹੋਣ ਫਿਰ ਪੜ੍ਹਨਾ ਪਸ਼ੂ। ਪਸ਼ੂ ਪੰਜਾਬੀ ਦਾ ਸ਼ਬਦ ਵੀ ਹੈ, ਪਸ਼ੂ ਹਿੰਦੀ ਦਾ ਸ਼ਬਦ ਵੀ ਹੈ। ਪਸ਼ੂ ਇਕੱਲਾ ਹਿੰਦੀ ਦਾ ਸ਼ਬਦ ਹੈ, ਪੁਰਾਤਨ ਹਿੰਦੀ 'ਚ ਪਸ਼ੂ ਕਹਿੰਦੇ ਸੀ, ਅੱਜ ਕੱਲ੍ਹ ਪਸ਼ੂ ਕਹਿਣ ਲੱਗ ਪਏ। ਪਸ਼ੂ ਪੰਖੀ ਪੰਛੀ, ਅਨੇਕ ਜੋਨ ਜਿੰਦੂ, ਅਨੇਕਾਂ ਜੋਨੀਆਂ ਜਿਹੜੇ ਜੀਵ ਨੇ ਉਹ। ਸਗਲ ਪਸਾਰ ਦੀਸੈ ਪਸਾਰਾ, ਜਿਹੜਾ ਸਾਰਾ ਪਸਾਰਾ ਹੈ, ਜੋ ਕੁਛ ਪਰਮਾਤਮਾ ਨੇ ਬਣਾਇਆ, ਜੋ ਸਾਰਾ ਦਿਸ ਰਿਹਾ ਨਾ, ਬਿਨ ਸਜਾਏ ਕੋ ਸਗਲ ਆਕਾਰ, ਜਿਸ ਚੀਜ਼ ਦਾ ਵੀ ਆਕਾਰ ਹੈ ਉਹ ਸਭ ਨੇ ਇੱਕ ਦਿਨ ਇਸ ਸੰਸਾਰ 'ਚੋਂ ਖਤਮ ਹੋ ਜਾਣਾ ਹੈ। ਸਹਿਜ ਸਿਫਤ ਭਗਤ ਤਤ ਗਿਆਨਾ, ਸਹਿਜੇ ਹੀ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ, ਤਤ ਗਿਆਨਾ ਜਿਹਨੂੰ ਰੱਬੀ ਗਿਆਨ ਹੈ, ਸਦਾ ਆਨੰਦ ਨਿਹਚਲ ਸੱਚ ਧਨ, ਉਹ ਸਦਾ ਹੀ ਆਨੰਦ 'ਚ ਰਹੇਗਾ। ਉਹਦਾ ਥਾਨ ਸਦਾ ਨਿਹਚਲ ਹੈ। ਉਹਦੀ ਜਿਹੜੀ ਇਹ ਅਵਸਥਾ ਹੈ ਨਾ, ਇੱਥੇ ਥਾਂ ਕੋਈ ਬਹਿਣ ਵਾਲੀ ਥਾਂ ਨਹੀਂ, ਉਹਦੀ ਜਿਹੜੀ ਇਹ ਅਵਸਥਾ ਹੈ ਉਹ ਸਦਾ ਰਹਿਣ ਵਾਲੀ ਹੈ। ਤਹਾਂ ਸੰਗਤ ਸਾਧ ਗੁਣ ਰਸੈ, ਉੱਥੇ ਤਹਾਂ ਮੈਨੇ ਉੱਥੇ, ਜਹਾਂ ਮੈਨੇ ਜਿੱਥੇ, ਕਹਾਂ ਮੈਨੇ ਕਿੱਥੇ। ਤਹਾਂ ਸੰਗਤ ਸਾਧ, ਉੱਥੇ ਫਿਰ ਗੁਰੂ ਦੀ ਸੰਗਤ ਦੇ ਵਿੱਚ ਗੁਣ ਰਸੈ, ਮਨੁੱਖ ਪਰਮਾਤਮਾ ਦੇ ਗੁਣਾਂ ਦਾ ਰਸ ਬਣਦਾ ਹੈ, ਬੜੇ ਪਿਆਰ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ। ਅਨਪੋ ਨਗਰ ਤਹਾਂ ਸਦ ਵਸੈ, ਉੱਥੇ ਐਸਾ ਨਗਰ ਵਸਦਾ ਜਿੱਥੇ ਕੋਈ ਡਰ ਹੀ ਨਹੀਂ ਹੈ, ਭਾਵ ਉਹ ਉਸ ਅਵਸਥਾ 'ਚ ਵਸਦਾ ਜਿੱਥੇ ਕਦੇ ਕੋਈ ਡਰ ਹੀ ਨਹੀਂ, ਕੋਈ ਭੌ ਹੀ ਨਹੀਂ ਹੈ, ਕੋਈ ਡਰ ਹੀ ਨਹੀਂ ਹੈਗਾ। ਸੋ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ, ਪਰਮਾਤਮਾ ਦੀ ਭਗਤੀ ਕਰ ਦਿੰਦਾ ਹੈ, ਜਿਹਨੂੰ ਰੱਬੀ ਗਿਆਨ ਹੈ, ਉਹ ਸਦਾ ਹੀ ਆਨੰਦ 'ਚ ਰਹਿੰਦਾ ਹੈ। ਉਹਦਾ ਥਾਂ ਟਿਕਾਣਾ ਸਦਾ ਰਹਿਣ ਵਾਲਾ ਹੈ। ਉਹ ਗੁਰੂ ਦੀ ਸੰਗਤ 'ਚ ਆ ਕੇ ਗੁਣਾਂ ਦਾ ਆਨੰਦ ਮਾਣਦਾ ਹੈ, ਅਤੇ ਉਹ ਐਸੇ ਸਥਾਨ 'ਤੇ ਰਹਿੰਦਾ ਹੈ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਡਰ ਹੀ ਨਹੀਂ ਹੈ।
ਤਹਿ ਭਉ ਭਰਮਾ ਸੋਗ ਨ ਚਿੰਤਾ। ਆਵਣ ਜਾਨ ਮਿਰਤ ਨ ਹੋਤਾ, ਤਹਿ ਸਦਾ ਆਨੰਦ ਅਨਹਤ ਅਖਾਰੇ। ਭਗਤ ਵਸੈ ਕੀਰਤਨ ਆਧਾਰੇ। ਫਿਰ ਜਿੱਥੇ ਭਗਤ ਵਸਦੇ ਨੇ ਉੱਥੇ ਕੋਈ ਭਰਮ ਨਹੀਂ, ਉੱਥੇ ਕੋਈ ਸੋਗ ਨਹੀਂ, ਉੱਥੇ ਕੋਈ ਚਿੰਤਾ ਨਹੀਂ, ਉੱਥੇ ਆਉਣਾ ਨਹੀਂ, ਉੱਥੇ ਜਾਣਾ ਨਹੀਂ, ਮਿਰਤ, ਉੱਥੇ ਕੋਈ ਮੌਤ ਨਹੀਂ ਹੁੰਦੀ। ਤਹਿ ਸਦਾ ਆਨੰਦ, ਉੱਥੇ ਸਦਾ ਹੀ ਆਨੰਦ ਹੈ। ਅਨਹਤ ਅਖਾੜੇ, ਅਤੇ ਉੱਥੇ ਆਪਣੇ ਆਪ ਲੱਗਣ ਵਾਲੇ ਅਖਾੜੇ ਹਨ। ਭਾਵ ਐਸੇ ਦ੍ਰਿਸ਼ ਹਨ ਜਿਹੜੇ ਮਨ ਨੂੰ ਮੋਹ ਲੈਣ ਵਾਲੇ ਹਨ। ਭਗਤ ਵਸੈ ਕੀਰਤਨ ਆਧਾਰੇ, ਜਿਹੜੇ ਪ੍ਰਮਾਤਮਾ ਦੇ ਭਗਤ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਆਧਾਰ 'ਤੇ ਵਸਦੇ ਹਨ, ਉਹ ਸਿਫਤ ਸਲਾਹ ਕਰਦੇ ਰਹਿੰਦੇ ਹਨ। ਪਾਰ ਬ੍ਰਹਮ ਕਾ ਅੰਤ ਨਾ ਪਾਰ, ਪ੍ਰਮਾਤਮਾ ਦਾ ਕੋਈ ਅੰਤ ਹੀ ਨਹੀਂ ਹੈ। ਪਾਰ ਹੁੰਦਾ ਪਰਲਾ ਬੰਨਾ, ਪ੍ਰਮਾਤਮਾ ਦਾ ਕੋਈ ਪਰਲਾ ਬੰਨੇ ਨਹੀਂ ਵੀ ਕਿੱਥੇ ਜਾ ਕੇ ਪ੍ਰਮਾਤਮਾ ਮੁੱਕਦਾ ਹੈ। ਕੌਣ ਕਰੇ ਤਾ ਕਾ ਵਿਚਾਰ, ਪ੍ਰਮਾਤਮਾ ਬਾਰੇ ਵਿਚਾਰ ਕੌਣ ਕਰ ਸਕਦਾ, ਪਰ ਕੋਈ ਉਹਦੀ ਵਿਚਾਰ ਨਹੀਂ ਕਰ ਸਕਦਾ। ਕਹੋ ਨਾਨਕ ਜਿਸ ਕਿਰਪਾ ਕਰੇ, ਜਿਸ 'ਤੇ ਪ੍ਰਮਾਤਮਾ ਕਿਰਪਾ ਕਰਦਾ ਹੈ। ਨਿਹਚਲ ਥਾਨ ਸਾਧ ਸੰਗਤ, ਉਹਨੂੰ ਫਿਰ ਸਦਾ ਰਹਿਣ ਵਾਲਾ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ। ਜਿਹਨੂੰ ਸਾਧ ਸੰਗਤ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਤਰੈ, ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਕੌਣ ਹੈ? ਜਿਸ 'ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ। ਨਾਨਕ ਜਿਸ ਕਿਰਪਾ ਕਰੇ, ਕਹੋ ਨਾਨਕ ਜਿਸ ਕਿਰਪਾ ਕਰੇ, ਨਿਹਚਲ ਥਾਨ, ਉਹ ਸਦਾ ਰਹਿਣ ਵਾਲਾ ਹੋ ਜਾਂਦਾ ਹੈ। ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਹ ਗੁਰੂ ਦੀ ਸੰਗਤ ਕਰਦਾ ਅਤੇ ਤਰ ਜਾਂਦਾ, ਇਸ ਭਵ ਸਾਗਰ ਨੂੰ ਤਰ ਜਾਂਦਾ। ਸਤਿਕਾਰਯੋਗ ਸਾਧ ਸੰਗਤ ਸਮਾ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।